ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 407 ਦੇ ਉੱਤੋਂ 6 ਪੰਕਤੀਆਂ ਛੱਡ ਕੇ ਹਨ। ਆਸਾ ਮਹਿਲਾ ਪੰਜਵਾਂ। ਆਪਣੀ ਭਗਤ ਨਿਵਾਹੇ, ਠਾਕੁਰ ਆਇਓ ਆਹੇ। ਆਹੇ ਮੈਨੇ ਸ਼ਰਨ, ਠਾकुर आयो आहे। हे परमात्मा, मैं तेरी शरण च आया हूँ। अपनी भगत निवाहे, मैं करदा तेरी भगती। हुणे तोड़ तक पहुँचा दे। हालांकि पुराने जी अंत तक निभाई, इसलिए मैं भगती करदा, इनू तोड़ तक निभा दे। रहाओ। नाम पदार्थ होए सकारथ, हिरदय चरण वसाहे। ਜਿਹੜਾ ਵਿਅਕਤੀ ਪਰਮਾਤਮਾ ਦੇ ਨਾਮ ਨੂੰ, ਨਾਮ ਪਦਾਰਥ ਹੈ। ਪਦਾਰਥ ਗੁਰਬਾਣੀ 'ਚ ਉਸਨੂੰ ਕਿਹਾ ਜੋ ਬਹੁਤ ਕੀਮਤੀ ਚੀਜ਼ ਹੋਵੇ। 4 ਚੀਜ਼ਾਂ ਨੂੰ ਗੁਰਬਾਣੀ 'ਚ ਪਦਾਰਥ ਕਿਹਾ। 4 ਪਦਾਰਥ ਜੇ ਕੋ ਮੰਗੈ, ਸਾਧ ਜਨਾ ਕੀ ਸੇਵਾ ਲਗ ਚਰਨੀ ਲੱਗ। ਉਹ 4 ਪਦਾਰਥ ਧਰਮ, ਧਰਮ ਹੁੰਦਾ ਸ਼ੁਭ ਗੁਣ। ਧਰਮ ਅਰਥ, ਅਰਥ ਹੁੰਦੀ ਹੈ ਮਾਇਆ। ਧਰਮ ਅਰਥ ਕਾਮ, ਕਾਮ ਹੁੰਦੀ ਹੈ ਇੱਛਾ। ਮੋਖ ਮੁਕਤੀ। ਇਹ 4 ਚੀਜ਼ਾਂ ਨੂੰ ਗੁਰਬਾਣੀ ਪਦਾਰਥ ਕਿਹਾ ਹੈ। ਇਸ ਲਈ ਨਾਮ ਨੂੰ ਪਦਾਰਥ ਕਿਹਾ, ਕਿਉਂਕਿ ਨਾਮ ਕੀਮਤੀ ਚੀਜ਼ ਹੈ। ਜਿਹੜਾ ਪਰਮਾਤਮਾ ਦੇ ਨਾਮ ਨੂੰ, ਪਰਮਾਤਮਾ ਦੇ ਚਰਨਾਂ ਨੂੰ ਹਿਰਦੈ ਚਰਨ ਵਸਾਹੇ, ਜਿਹੜਾ ਪਰਮਾਤਮਾ ਦੇ ਚਰਨਾਂ ਨੂੰ ਹਿਰਦੇ 'ਚ ਵਸਾ ਲੈਂਦਾ ਹੈ, ਨਾਮ ਪਦਾਰਥ ਹੋਏ ਸਕਾਰਥ, ਉਹ ਫਿਰ ਨਾਮ ਜਪਦਾ, ਉਹਦਾ ਜੀਵਨ ਸਕਾਰਥ ਹੋ ਜਾਂਦਾ, ਸਫਲਾ ਹੋ ਜਾਂਦਾ। ਅਕਾਰਥ ਹੁੰਦਾ ਵਿਅਰਥ, ਸਕਾਰਥ ਹੁੰਦਾ ਸਫਲਾ, ਉਹਦਾ ਜੀਵਨ ਸਫਲਾ ਹੋ ਜਾਂਦਾ। ਇਹ ਮੁਕਤਾ, ਇਹ ਜੁਗਤਾ ਰਾਖੋ ਸੰਤ ਸੰਗਾਹੇ। ਹੈ ਪਰਮਾਤਮਾ, ਮੈਨੂੰ ਸੰਤਾਂ ਦੀ ਸੰਗਤ 'ਚ ਰੱਖੋ। ਰਾਖੋ ਸੰਤ ਸੰਗਾਹੇ, ਮੈਨੂੰ ਸੰਤਾਂ ਦੀ ਸੰਗਤ 'ਚ ਰੱਖੋ। ਇਹ ਮੁਕਤਾ, ਇਹ ਜੁਗਤ ਮੇਰੇ ਲਈ ਇਹੀ ਮੁਕਤੀ ਹੈ, ਇਹੀ ਜੀਵਨ ਜੁਗਤੀ ਹੈ ਕਿ ਮੈਨੂੰ ਸੰਤਾਂ ਦੀ ਸੰਗਤ 'ਚ ਰੱਖੋ। ਕਿਉਂਕਿ ਸੰਤਾਂ ਦੀ ਸੰਗਤ ਕਰਕੇ ਜੀਵਨ ਜੁਗਤੀ ਵੀ ਆ ਜਾਣੀ ਅਤੇ ਸਮਾਂ ਪਾ ਕੇ ਮੁਕਤੀ ਵੀ ਮਿਲ ਜਾਣੀ। ਨਾਮ ਧਿਆਵੋ ਸਹਿਜ ਸਮਾਵੋ, ਨਾਨਕ ਹਰ ਗੁਣ ਗਾਹੇ। ਕਹਿੰਦੇ ਮੈਂ ਨਾਮ ਜਪਾਂ, ਸਹਿਜ ਅਵਸਥਾ 'ਚ ਰਹਾਂ ਅਤੇ ਹਰੀ ਦੇ ਗੁਣ ਗਾਵਾਂ। ਆਸਾ ਮਹਿਲਾ ਪੰਜਵਾਂ। ਠਾकुर ਚਰਨ ਸੁਹਾਵੇ, ਹਰ ਸੰਤਨ ਪਾਵੇ। ਪਰਮਾਤਮਾ ਦੇ ਚਰਨ ਨੇ ਸੁਹਾਵੇ, ਇਹ ਸੁਖ ਦੇਣ ਵਾਲੇ ਹਨ। ਹਰ ਸੰਤਨ ਪਾਵੇ, ਇਹ ਕਿਹਨਾਂ ਨੂੰ ਮਿਲਦੇ ਨੇ? ਜਿਹੜੇ ਹਰੀ ਦੇ ਸੰਤ ਨੇ, ਉਹ ਪਰਮਾਤਮਾ ਦੇ ਚਰਨਾਂ ਨੂੰ ਪ੍ਰਾਪਤ ਕਰ ਲੈਂਦੇ ਹਨ। ਰਹਾਓ। ਆਪ ਗਵਾਇਆ ਸੇਵ ਕਮਾਇਆ, ਗੁਣ ਰਸ ਰਸ ਗਾਵੇ। ਜਿਹੜਾ ਆਪਣੇ ਅੰਦਰੋਂ ਆਪ ਹੁੰਦੇ ਹਉਮੈ, ਆਪ ਗਵਾਇਆ, ਹਉਮੈ ਖਤਮ ਕਰਕੇ ਸੇਵ ਕਮਾਇਆ। ਜਿਹਨੇ ਪਰਮਾਤਮਾ ਦੀ ਸੇਵਾ ਕੀਤੀ, ਭਾਵ ਦਾ ਸਿਮਰਨ ਕੀਤਾ,
ਗੁਣ ਰਸ ਰਸ ਗਾਵੇ। ਉਹਨੇ ਫਿਰ ਬੜੇ ਸਵਾਦ ਨਾਲ ਹਰੀ ਦੇ ਗੁਣ ਗਾਏ, ਕਿ ਅੰਦਰ ਹਉਮੈ ਖਤਮ ਹੋ ਗਈ ਹੈ, ਅੰਦਰ ਨਿਮਰਤਾ ਆ ਗਈ ਹੈ, ਸ਼ਰਧਾ ਭਾਵਨਾ ਆ ਗਈ ਹੈ। ਇਸ ਲਈ ਬੜੇ ਪਿਆਰ ਨਾਲ ਫਿਰ ਉਹ ਗੁਣ ਗਾਉਂਦਾ ਹੈ। ਏਕੈ ਆਸਾ ਦਰਸ ਪਿਆਸਾ ਆਨ ਨਾ ਭਾਵੇ। ਕਹਿੰਦੇ ਮੈਨੂੰ ਇੱਕੋ ਹੀ ਆਸ ਹੈ, ਉਹ ਹੈ ਤੇਰੇ ਦਰਸ਼ਨਾਂ ਦੀ। ਦਰਸ ਪਿਆਸਾ, ਮੈਨੂੰ ਤੇਰੇ ਦਰਸ਼ਨਾਂ ਦੀ ਪਿਆਸ ਹੈ, ਆਸਾ ਹੈ। ਆਨ ਨਾ ਭਾਵੇ, ਮੈਨੂੰ ਹੋਰ ਕੋਈ ਚੀਜ਼ ਚੰਗੀ ਨਹੀਂ ਲੱਗਦੀ। ਜਿਹੜੇ ਸੰਤ ਮਹਾਤਮਾ ਨੇ ਇੱਕ ਹੈ ਆਸਾ, ਉਹਨਾਂ ਦੀ ਇੱਕੋ ਹੀ ਇੱਛਾ ਹੁੰਦੀ ਹੈ ਕਿ ਦਰਸ ਪਿਆਸਾ, ਉਹਨਾਂ ਨੂੰ ਪਰਮਾਤਮਾ ਦੇ ਦਰਸ਼ਨਾਂ ਦੀ ਪਿਆਸ ਹੁੰਦੀ ਹੈ। ਆਨ ਨਾ ਭਾਵੇ, ਉਹਨਾਂ ਨੂੰ ਹੋਰ ਕੋਈ ਚੀਜ਼ ਚੰਗੀ ਨਹੀਂ ਲੱਗਦੀ। ਦਇਆ ਤੁਹਾਰੀ ਕਿਆ ਜੰਤ ਵਿਚਾਰੀ, ਨਾਨਕ ਬਲ ਬਲ ਜਾਵੇ। ਕਿਆ ਜੰਤ ਵਿਚਾਰੀ, ਇਹ ਵਿਚਾਰਾ ਜੀਵ ਕੀ ਹੈ? ਦਇਆ ਤੁਹਾਰੀ, ਤੁਹਾਡੀ ਦਇਆ ਹੋਣੀ ਚਾਹੀਦੀ ਹੈ। ਨਾਨਕ ਬਲ ਬਲ ਜਾਵੇ, ਗੁਰੂ ਮਹਾਰਾਜ ਅਸੀਂ ਤੁਹਾਡੇ ਤੋਂ ਬਲਿਹਾਰ ਜਾਂਦੇ ਹਾਂ। ਆਸਾ ਮਹਿਲਾ ਪੰਜਵਾਂ। ਏਕ ਸਿਮਰ ਮਨ ਮਾਹੀ। ਏਕ ਪਾ ਪਰਮਾਤਮਾ, ਮਨ ਮਾਹੀ। ਇੱਕ ਹੁੰਦਾ ਮਾਹੀ, ਇੱਕ ਹੁੰਦਾ ਮਾਹੀ। ਮਾਹੀ ਪਿਆਰੇ ਨੂੰ ਕਹਿੰਦੇ ਨੇ, ਪਤੀ ਨੂੰ ਕਹਿੰਦੇ ਨੇ। ਮਾਹੀ ਵਿੱਚ ਏਕ ਸਿਮਰ ਮਨ ਮਾਹੀ, ਆਪਣੇ ਮਨ 'ਚ ਇੱਕ ਪਰਮਾਤਮਾ ਦਾ ਸਿਮਰਨ ਕਰ। ਰਹਾਓ। ਨਾਮ ਧਿਆਵੋ ਹਿਰਦੈ ਬਸਾਵੋ, ਤਿਸ ਬਿਨ ਕੋ ਨਹੀਂ। ਕਹਿੰਦੇ ਭਾਈ ਨਾਮ ਜਪੋ, ਹਿਰਦੈ ਬਸਾਵੋ, ਹਿਰਦੇ ਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਵਸਾ ਲਓ। ਤਿਸ ਬਿਨ ਕੋ ਨਹੀਂ, ਕਿਉਂਕਿ ਉਸ ਤੋਂ ਬਿਨਾਂ ਦੂਜਾ ਕੋਈ ਹੈ ਹੀ ਨਹੀਂ। ਉਹਦੇ ਵਰਗਾ ਦੂਜਾ ਕੋਈ ਹੈ ਹੀ ਨਹੀਂ। ਇਸ ਲਈ ਨਾਮ ਜਪੋ ਅਤੇ ਪਰਮਾਤਮਾ ਨੂੰ ਹਿਰਦੇ 'ਚ ਵਸਾ ਲਓ। ਪ੍ਰਭ ਸ਼ਰਣੀ ਆਈਐ ਸਰਬ ਫਲ ਪਾਈਐ, ਸਗਲੇ ਦੁੱਖ ਜਾਹੀ। ਦੁੱਖ ਬਹੁਵਚਨ, ਇਸ ਲਈ ਜਾਹੀ। ਜੇ ਦੁੱਖ ਇੱਕ ਹੁੰਦਾ ਫਿਰ ਹੁਣ ਅਸੀਂ ਜਾਹੀ, ਜਾਂਦਾ ਹੈ, ਜਾਹੀ ਚਲੇ ਜਾਂਦੇ ਹਨ। ਪ੍ਰਭ ਸ਼ਰਣੀ ਆਈਏ, ਜਦੋਂ ਕੋਈ ਪਰਮਾਤਮਾ ਦੀ ਸ਼ਰਨ 'ਚ ਆ ਜਾਂਦਾ ਹੈ, ਸਰਬ ਫਲ ਪਾਈਏ, ਉਹਨੂੰ ਸਾਰੇ ਫਲ ਪ੍ਰਾਪਤ ਹੋ ਜਾਂਦੇ। ਇਹ ਤਾਂ ਫਲ ਤੋਂ ਕੋਈ ਸੇਬ ਕੇਲੇ ਤੋਂ ਨਹੀਂ ਹੈ, ਭਾਵ ਸਾਰੀ ਉਹਦੀ ਇੱਛਾਵਾਂ ਪੂਰੀਆਂ ਹੋ ਜਾਂਦੀਆਂ। ਸਗਲੇ ਦੁੱਖ ਜਾਹੀ, ਅਤੇ ਉਹਦੇ ਸਾਰੇ ਦੁੱਖ ਵੀ ਖਤਮ ਹੋ ਜਾਂਦੇ। ਜੀਵਨ ਕੋ ਦਾਤਾ ਪੁਰਖ ਵਿਦਾਤਾ, ਨਾਨਕ ਘਟ ਘਟ ਆਹੀ। ਆਹੀ ਮਨੇ ਹੈ ਪਰਮਾਤਮਾ, ਜਿਹੜਾ ਹੈ ਪੁਰਖ ਵਿਦਾਤਾ ਪਰਮਾਤਮਾ। ਜੀਵਨ ਕੋ ਦਾਤਾ, ਉਹ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਉਹ ਪੁਰਖ ਵਿਦਾਤਾ ਹੈ। ਵਿਦਾਤਾ ਹੁੰਦਾ ਜਿਹੜਾ ਸਾਡੇ ਕਰਮਾਂ ਨੂੰ ਲਿਖੇ, ਪਾਪ ਪਰਮਾਤਮਾ। ਪਰਮਾਤਮਾ ਜੀਵਨ ਕੋ ਦਾਤਾ, ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ। ਨਾਨਕ ਘਟ ਘਟ ਆਹੀ, ਅਤੇ ਉਹ ਹਰ ਇੱਕ ਸਰੀਰ ਦੇ ਵਿੱਚ ਵਸਦਾ ਹੈ। ਆਸਾ ਮਹਿਲਾ ਪੰਜਵਾਂ। ਹਰ ਬਿਸਰਤ ਸੋ ਮੂਆ, ਜਿਹਨੇ ਹਰੀ ਨੂੰ ਵਿਸਾਰ ਦਿੱਤਾ ਸਮਝੋ ਤਾਂ ਮਰਿਆ ਹੋਇਆ ਹੈ। ਜਿਹੜਾ ਨਾਮ ਜਪਦਾ, ਬਾਣੀ ਕਹਿੰਦੀ ਉਹੀ ਜਿਉਂਦਾ, ਬਾਕੀ ਤੇ ਮਰੇ ਹੋਏ। ਹਰ ਬਿਸਰਤ ਸੋ ਮੂਆ, ਜਿਹਨੇ ਹਰੀ ਨੂੰ ਵਿਸਾਰ ਦਿੱਤਾ ਸਮਝੋ ਤੇ ਮਰਿਆ ਹੋਇਆ ਹੈ। ਰਹਾਓ। ਨਾਮ ਧਿਆਵੈ ਸਰਬ ਫਲ ਪਾਵੈ, ਸੋ ਜਨ ਸੁਖੀਆ ਹੁਆ। ਜਿਹੜਾ ਨਾਮ ਧਿਆਉਂਦਾ ਸਰਬ ਫਲ ਪਾਵੈ,
ਉਹਨੂੰ ਸਾਰੇ ਫਲ ਪ੍ਰਾਪਤ ਹੁੰਦੇ ਹਨ। ਭਾਵ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਹਨ। ਸੋ ਜਨ ਸੁਖੀਆ ਹੁਆ, ਅਤੇ ਉਹ ਵਿਅਕਤੀ ਸੁਖੀ ਵੀ ਹੋ ਜਾਂਦਾ ਹੈ। ਜਿਹੜਾ ਨਾਮ ਜਪਦਾ ਹੈ ਉਹਦੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਨੇ ਅਤੇ ਉਹ ਸੁਖੀ ਹੋ ਜਾਂਦਾ ਹੈ। ਰਾਜ ਕਹਾਵੈ ਹੋਂ ਕਰਮ ਕਮਾਵੈ, ਬਾਂਧਿਓ ਨਲਨੀ ਭ੍ਰਮ ਸੂਆ। ਰਾਜ ਕਹਾਵੈ, ਆਪਣੇ ਨੂੰ ਰਾਜਾ ਕਹਾਉਂਦਾ। ਹੋਂ ਕਰਮ ਕਮਾਵੇ, ਬੜੇ ਹੰਕਾਰ ਚ ਆ ਕੇ ਕਰਮ ਕਰਦਾ ਹੈ। ਬਾਂਧਿਓ ਨਲਨੀ ਭ੍ਰਮ ਸੂਆ, ਸੂਆ ਹੁੰਦਾ ਤੋਤਾ। ਜਿਹੜੇ ਵਿਅਕਤੀ ਤੋਤਿਆਂ ਨੂੰ ਫੜਦੇ ਨੇ ਉਹਨਾਂ ਕੋਲੇ ਇੱਕ ਯੰਤਰ ਹੁੰਦਾ ਜਿਹਨੂੰ ਕਹਿੰਦੇ ਨਲਨੀ। ਜਿਵੇਂ ਢੋਲਕੀ ਹੁੰਦੀ ਹੈ ਇਸ ਤਰ੍ਹਾਂ ਹੁੰਦਾ, ਵਿਚਾਲੇ ਉਹਦੇ ਸਰੀਆ ਪਾਇਆ ਹੁੰਦਾ ਹੈ। ਉਹ ਢੋਲਕੀ ਉਸ ਸਰੀਏ ਦੁਆਲੇ ਘੁੰਮ ਸਕਦੀ ਹੈ, ਉਹਨੂੰ ਕਹਿੰਦੇ ਨਲਨੀ। ਤੋਤੇ ਨੂੰ ਫੜਨ ਵਾਲੇ ਕੀ ਕਰਦੇ ਨੇ, ਉਸ ਨਲਨੀ ਦੇ ਉੱਤੇ ਤੋਤੇ ਦੇ ਖਾਣ ਵਾਲੀ ਖੁਰਾਕ ਰੱਖਦੇ ਨੇ। ਨਲਨੀ ਦੇ ਹੇਠਾਂ ਪਾਣੀ ਦਾ ਤਸਲਾ ਰੱਖਦੇ ਨੇ। ਜਦੋਂ ਤੋਤਾ ਖਾਣ ਲਈ ਉੱਤੇ ਬੈਠਦਾ ਨਲਨੀ ਦੇ, ਉਹ ਘੁੰਮ ਜਾਂਦੀ ਹੈ। ਤੋਤਾ ਹੇਠਲੇ ਪਾਸੇ ਆ ਜਾਂਦਾ ਹੈ। ਹੇਠਾਂ ਪਾਣੀ ਹੈ, ਉਹ ਡਰ ਜਾਂਦਾ ਵੀ ਜੇ ਮੈਂ ਛੱਡਿਆ ਇਹਨੂੰ ਪਾਣੀ ਡੁੱਬਾਂਗਾ, ਇਸ ਲਈ ਘੁੱਟ ਕੇ ਨਲਨੀ ਨੂੰ ਫੜੀ ਰੱਖਦਾ। ਇਹਨੇ ਚਿਰ ਤੋਤੇ ਨੂੰ ਫੜਨ ਵਾਲਾ ਆ ਜਾਂਦਾ ਅਤੇ ਉਹਨੂੰ ਫੜ ਲੈਂਦਾ। ਐਂ ਜਿਹੜੇ ਬੰਦੇ ਰਾਜ ਕਰਦੇ ਨੇ, ਹੋਂ ਵਿੱਚ ਆ ਕੇ ਕਰਮ ਕਰਦੇ ਨੇ, ਉਹ ਜਿਵੇਂ ਤੋਤਾ ਵੱਝ ਜਾਂਦਾ, ਇਸ ਤਰ੍ਹਾਂ ਕਰਮਾਂ 'ਚ ਵੱਝ ਜਾਂਦੇ ਨੇ। ਕਹੋ ਨਾਨਕ ਜੇ ਸਤਿਗੁਰ ਭੇਟਿਆ, ਸੋ ਜਨ ਨਿਹਚਲ ਥੀਆ। ਗੁਰੂ ਮਹਾਰਾਜ ਕਹਿੰਦੇ ਜਿਸ ਸਤਿਗੁਰ ਭੇਟਿਆ, ਜਿਹੜਾ ਗੁਰੂ ਨੂੰ ਮਿਲ ਪਿਆ, ਸੋ ਜਨ ਨਿਹਚਲ ਥੀਆ, ਉਹ ਵਿਅਕਤੀ ਨਿਹਚਲ ਹੋ ਜਾਂਦਾ ਹੈ। ਭਾਵ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ। ਕਿਉਂਕਿ ਜਦੋਂ ਗੁਰੂ ਨੂੰ ਮਿਲਦਾ ਤਾਂ ਗੁਰੂ ਫਿਰ ਅੱਗੋਂ ਗੁਰਮੰਤਰ ਦਿੰਦੇ। ਮਨੁੱਖ ਗੁਰਮੰਤਰ ਦਾ ਜਾਪ ਕਰਦਾ ਅਤੇ ਜੰਮਣ ਮਰਨ ਤੋਂ ਸਮਾਂ ਪਾ ਕੇ ਰਹਿਤ ਹੋ ਜਾਂਦਾ। ਆਸਾ ਮਹਿਲਾ ਪੰਜਵਾਂ, ਘਰ 14ਵਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਓੰਕਾਰ ਪਰਮਾਤਮਾ ਸਤਿਗੁਰ, ਸਤਿਗੁਰੂ ਦੀ ਪ੍ਰਸਾਦ ਕਿਰਪਾ ਨਾਲ। ਇੱਕ ਓੰਕਾਰ ਦੀ ਪ੍ਰਾਪਤੀ ਸਤਿਗੁਰੂ ਦੀ ਕਿਰਪਾ ਨਾਲ ਹੁੰਦੀ ਹੈ। ਉਹ ਨੇ ਨਵੇਲਾ ਆਪਣੇ ਪ੍ਰੀਤਮ ਸੋ ਲਾਗ ਰਹਿ। ਉਹ ਪਿਆਰ ਜਿਹੜਾ ਪਰਮਾਤਮਾ ਦੇ ਨਾਲ ਲੱਗ ਜਾਂਦਾ ਹੈ, ਉਹ ਤਾਂ ਸਦਾ ਹੀ ਨਵਾਂ। ਉਹ ਪਿਆਰ ਪੁਰਾਣਾ ਨਹੀਂ ਹੁੰਦਾ ਹੈ, ਉਹ ਸਦਾ ਹੀ ਨਵਾਂ ਰਹਿੰਦਾ। ਜੋ ਪ੍ਰਭ ਭਾਵੈ ਜਨਮ ਨਾ ਆਵੈ। ਜਿਹੜਾ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਨਾ, ਭਾਵੈ ਚੰਗਾ ਲੱਗਦਾ ਹੈ, ਜਨਮ ਨਾ ਆਵੈ, ਉਹ ਫਿਰ ਦੁਬਾਰਾ ਜੰਮਣ ਦੇ ਚੱਕਰ 'ਚ ਨਹੀਂ ਪੈਂਦਾ। ਉਹ ਦੁਬਾਰਾ ਜਨਮ ਨਹੀਂ ਲੈਂਦਾ, ਕਿਉਂਕਿ ਪਰਮਾਤਮਾ ਨੂੰ ਚੰਗਾ ਲੱਗਦਾ। ਪਰਮਾਤਮਾ ਨੇ ਉਹਨੂੰ ਮਰਨ ਤੋਂ ਬਾਅਦ ਆਪਣੇ ਕੋਲ ਸੱਦ ਲੈਣਾ। ਹਰ ਪ੍ਰੇਮ ਭਗਤ ਹਰ ਪ੍ਰੀਤ ਰਚੈ। ਕਿਉਂਕਿ ਪਰਮਾਤਮਾ ਦੀ ਭਗਤੀ ਵਿੱਚ, ਪਰਮਾਤਮਾ ਦੇ ਪਿਆਰ ਦੇ ਵਿੱਚ ਲੱਗਾ ਰਹਿੰਦਾ ਹੈ। ਰਚੈ ਲੱਗਾ ਰਹਿਣਾ। ਪ੍ਰਭ ਸੰਗ ਮਲੀਜੈ ਇਹ ਮਨ ਦੀਜੈ, ਨਾਨਕ ਨਾਮ ਮਿਲੈ ਆਪਣੀ ਦਇਆ ਕਰੋ। ਪ੍ਰਭ ਸੰਗ ਮਲੀਜੈ, ਪਰਮਾਤਮਾ ਦੀ ਸੰਗਤ 'ਚ ਮਿਲਣਾ ਚਾਹੀਦਾ ਹੈ। ਆ ਸਤ ਸੰਗ ਨੂੰ ਪਰਮਾਤਮਾ ਦੀ ਸੰਗਤ ਕੇ ਕਿਉਂ ਕਿਹਾ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਪਰਮਾਤਮਾ ਸਤ ਸੰਗਤ ਦੇ ਵਿੱਚ ਵਸਦਾ ਹੈ। ਨਾਰਦ ਜੀ ਇੱਕ ਵਾਰੀ ਵਿਸ਼ਨੂੰ ਮਹਾਰਾਜ ਨੂੰ ਮਿਲਣ ਚਲੇ ਗਏ।
ਘਰ ਗਏ, ਉਹਨਾਂ ਦੀ ਅੱਗੋਂ ਘਰ ਵਾਲੀ ਕਹਿੰਦੀ ਵੀ ਉਹ ਤਾਂ ਬਾਹਰ ਗਏ ਹੋਏ ਨੇ। ਕਹਿ ਜੀ ਕਿੱਥੇ ਗਏ ਨੇ? ਕਹਿ ਜੀ ਤਾਂ ਮੈਨੂੰ ਪਤਾ ਨਹੀਂ, ਨਾਰਦ ਜੀ ਤੁਹਾਡੀ ਦਿਵ ਦ੍ਰਿਸ਼ਟੀ ਖੁੱਲ੍ਹੀ ਹੈ, ਤੁਸੀਂ ਵੇਖ ਲਓ ਕਿੱਥੇ ਗਏ ਨੇ। ਨਾਰਦ ਨੇ ਪਹਾੜਾਂ ਵੱਲ ਵੇਖਿਆ, ਕਿਸੇ ਗੁਫਾ 'ਚ ਨਹੀਂ ਦਿਸੇ। ਜੰਗਲਾਂ 'ਚ ਵੇਖਿਆ, ਕਿਤੇ ਨਹੀਂ ਵਿਖਾਈ ਦਿੱਤੇ। ਅਖੀਰ ਨੂੰ ਇੱਕ ਥਾਂ 'ਤੇ ਸਤ ਸੰਗਤ ਹੋ ਰਹੀ ਸੀ, ਉੱਥੇ ਪਿਛਲੇ ਪਾਸੇ ਵਿਸ਼ਨੂੰ ਮਹਾਰਾਜ ਬੈਠੇ। ਨਾਰਦ ਜੀ ਉੱਥੇ ਚਲੇ ਗਏ। ਵਿਸ਼ਨੂੰ ਮਹਾਰਾਜ ਨੂੰ ਕਹਿੰਦੇ, ਮਹਾਰਾਜ ਜੀ ਮੈਂ ਤੁਹਾਨੂੰ ਘਰ ਵੇਖਿਆ, ਜੰਗਲਾਂ 'ਚ ਵੇਖਿਆ, ਪਹਾੜਾਂ 'ਚ ਵੇਖਿਆ, ਤੁਸੀਂ ਕਿਤੇ ਮੈਨੂੰ ਦਿਸੇ ਨਹੀਂ, ਤੁਸੀਂ ਤਾਂ ਇੱਥੇ ਬੈਠੇ ਹੋ। ਕਹਿੰਦੇ ਨਾਰਦ ਜੀ ਜਦੋਂ ਮੈਨੂੰ ਮਿਲਣਾ ਹੋਵੇ ਮੈਂ ਸਤਸੰਗ 'ਚ ਹੀ ਹੁੰਦਾ, ਮੈਂ ਤੁਹਾਨੂੰ ਸਤਸੰਗ 'ਚ ਮਿਲਾਂਗਾ। ਹਿੰਦੂ ਧਰਮ ਅਨੁਸਾਰ ਜਿਹੜੇ ਵਿਸ਼ਨੂੰ ਮਹਾਰਾਜ ਨੇ ਨਾ, ਉਹਨੂੰ ਭਗਵਾਨ ਹੀ ਕਹਿੰਦੇ ਨੇ। ਸੋ ਪਰ ਗੁਰੂ ਮਹਾਰਾਜ ਵਿੱਚ ਸੰਗਤ ਹਰ ਪ੍ਰਭ ਵਸੈ ਜੀ। ਪਰਮਾਤਮਾ ਸਤ ਸੰਗਤ ਦੇ ਵਿੱਚ ਵਸਦਾ ਹੈ। ਕਿਉਂ? ਉੱਥੇ ਪਰਮਾਤਮਾ ਦੀ ਸਿਫਤ ਸਲਾਹ ਹੋ ਰਹੀ ਹੁੰਦੀ ਹੈ। ਗੁਰੂ ਨਾਨਕ ਦੇਵ ਜੀ ਭਾਈ ਲਹਿਣਾ ਜੀ ਨੂੰ ਕਹਿੰਦੇ, ਭਾਈ ਲਹਿਣਾ ਜੀ ਜਿਹੜਾ ਵੀ ਪਿਆਰ ਸਹਿਤ ਸਾਡੀ ਬਾਣੀ ਪੜ੍ਹਦਾ ਹੈ, ਅਸੀਂ ਉਸ ਕੋਲ ਜਾਂਦੇ ਹਾਂ। ਇਸ ਲਈ ਬਾਣੀ ਪੜ੍ਹਦੇ ਹੋਏ ਬੜਾ ਖਿਆਲ ਰੱਖਣਾ। ਕਈ ਵਾਰੀ ਤੇ ਅਸੀਂ ਪਿਆਰ ਨਾਲ ਬਾਣੀ ਪੜ੍ਹਦੇ ਨੇ, ਮੁਕਾਉਣ ਦੀ ਕੋਸ਼ਿਸ਼ ਕਰਦੇ ਹਾਂ, ਨਿਤਨੇਮ ਨਿਬੜੇ ਤੇ ਆਪਾਂ ਕੋਈ ਹੋਰ ਕੰਮ ਧੰਦਾ ਕਰੀਏ। ਕੋਈ ਰੇਅਰ ਦਿਨ ਹੁੰਦਾ ਹੋਣਾ ਜਿਹਦੇ ਪਿਆਰ ਦੇ ਨਾਲ ਕੋਈ ਬਾਣੀ ਪੜ੍ਹਦਾ ਹੋਣਾ, ਤੇ ਜਿੱਦੇ ਤੁਸੀਂ ਪਿਆਰ ਨਾਲ ਬਾਣੀ ਪੜ੍ਹੋਗੇ ਨਾ, ਜਿਹਦੀ ਵੀ ਬਾਣੀ ਪੜ੍ਹੋਗੇ ਉਹਨੇ ਆਉਣਾ ਹੀ ਆਉਣਾ ਹੈ। ਤੁਹਾਨੂੰ ਦਿਸੇ ਨਾ ਦਿਸੇ ਉਹ ਇੱਕ ਗੱਲ ਵੱਖਰੀ ਹੈ। ਇਸ ਲਈ ਜਿੱਥੇ ਸਤ ਸੰਗਤ ਹੁੰਦੀ ਹੈ, ਕਹਿੰਦੇ ਉੱਥੇ ਪਰਮਾਤਮਾ ਵਸਦਾ ਹੈ। ਪ੍ਰਭ ਸੰਗ ਮਿਲੀਜੈ, ਪਰਮਾਤਮਾ ਦੀ ਸੰਗਤ ਦੇ ਵਿੱਚ ਮਿਲੋ। ਇਹ ਮਨ ਦੀਜੈ, ਆਪਣਾ ਮਨ ਪਰਮਾਤਮਾ ਨੂੰ ਅਰਪਣ ਕਰੋ, ਆਪਣੀ ਮਰਜ਼ੀ ਨਾ ਕਰੋ। ਮਨ ਅਰਪਣ ਕਰ ਦੇਣ ਦਾ ਮਤਲਬ ਹੈ ਕਿ ਮਨ ਨਾਲ ਮੈਂ ਉਹੀ ਕੁਛ ਕਰਾਂਗਾ ਜੋ ਪਰਮਾਤਮਾ ਮੈਨੂੰ ਕਹੇਗਾ। ਗੁਰਬਾਣੀ ਚਾਹੁੰਦਾ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਏ। ਆਪਣਾ ਧਨ ਗੁਰੂ ਨੂੰ ਅਰਪਣ ਕਰਨਾ ਹੈ। ਉਹਦਾ ਮਤਲਬ ਹੈ ਕਿ ਸਰੀਰ ਦੇ ਨਾਲ ਉਹ ਕੰਮ ਕਰਨੇ ਨੇ ਜਿਹੜੇ ਗੁਰੂ ਮਹਾਰਾਜ ਕਰਨ ਨੂੰ ਕਹਿੰਦੇ ਨੇ। ਜਿਹੜੇ ਕੰਮ ਤੋਂ ਗੁਰੂ ਮਹਾਰਾਜ ਰੋਕਦੇ ਨੇ ਉਹ ਇਸ ਸਰੀਰ ਨਾਲ ਨਹੀਂ ਕਰਨੇ। ਇਹ ਹੈ ਤਨ ਅਰਪਣ ਕਰਨਾ। ਦੂਜਾ ਧਨ, ਜਿਵੇਂ ਗੁਰੂ ਮਹਾਰਾਜ ਕਹਿੰਦੇ ਧਨ ਉਵੇਂ ਖਰਚਣਾ ਹੈ, ਆਪਣੀ ਮਰਜ਼ੀ ਨਾਲ ਨਹੀਂ ਖਰਚਣਾ। ਬੜੀ ਦੁਨੀਆ ਹੈ ਸ਼ਰਾਬਾਂ ਪੀਣ ਪਿਲਾਉਣ ਦੇ ਵਿੱਚ ਧਨ ਖਰਚ ਕਰਦੀ ਹੈ, ਜੂਏ ਖੇਡਦੇ ਨੇ, ਬੜਾ ਕੁਛ ਕਰਦੇ ਹਨ। ਨਹੀਂ, ਇਹ ਜਿਹੜਾ ਹੈ ਧਨ ਗੁਰੂ ਮਹਾਰਾਜ ਦੇ ਕਹੇ ਅਨੁਸਾਰ ਵਰਤਣਾ, ਭਾਵ ਇਹਨੂੰ ਧਨ ਨੂੰ ਚੰਗੇ ਪਾਸੇ ਲਾਉਣਾ। ਜਦੋਂ ਗੁਰੂ ਮਹਾਰਾਜ ਸਾਨੂੰ ਸ਼ਰਾਬ ਪੀਣ ਦੀ ਆਗੇ ਨਹੀਂ ਦਿੰਦੇ ਤਾਂ ਫਿਰ ਅਸੀਂ ਸ਼ਰਾਬ ਪੀਣ ਤੇ ਪਿਲਾਉਣ ਦੇ ਧਨ ਕਿਉਂ ਖਰਚੀਏ ਵੀ? ਅਤੇ ਜੇ ਅਸੀਂ ਆਪਣੀ ਮਰਜ਼ੀ ਕਰਦੇ ਹਾਂ, ਇਹਦਾ ਮਤਲਬ ਅਸੀਂ ਆਪਣਾ ਧਨ ਗੁਰੂ ਨੂੰ ਅਰਪਣ ਨਹੀਂ ਕੀਤਾ। ਧਨ ਫਿਰ ਇੱਕ ਮਨ, ਮਨ ਨਾਲ ਉਹੀ ਸੋਚਣਾ ਹੈ ਜੋ ਗੁਰੂ ਮਹਾਰਾਜ ਸੋਚਣ ਨੂੰ ਕਹਿੰਦੇ ਨੇ। ਮਨ ਨਾਲ ਕਿਸੇ ਦਾ ਨਹੀਂ ਮਾੜਾ ਸੋਚਣਾ, ਜਦੋਂ ਸੋਚਣਾ ਹੈ ਭਲਾ ਸੋਚਣਾ। ਇਹ ਹੈ ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਏ। ਤਨ ਮਨ ਧਨ ਨੂੰ ਸੌਂਪਣਾ ਹੈ, ਗੁਰੂ ਦੇ ਹੁਕਮ ਨੂੰ ਮੰਨਣਾ ਹੈ, ਫਿਰ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਸੋ ਇਸ ਲਈ ਗੁਰਬਾਣੀ ਅਨੁਸਾਰ ਅਸੀਂ ਆਪਣੇ ਤਨ ਨੂੰ, ਆਪਣੇ ਧਨ ਨੂੰ ਅਤੇ ਆਪਣੇ ਮਨ ਨੂੰ ਵਰਤਣਾ ਹੈ। ਫਿਰ ਗੁਰੂ ਮਹਾਰਾਜ ਸਾਡੇ 'ਤੇ ਖੁਸ਼ ਹੋਣਗੇ।
ਗੁਰੂ ਮਹਾਰਾਜ ਕਹਿੰਦੇ ਮਿਲ ਰਾਮ ਪਿਆਰੇ ਤੁਮ ਬਿਨ ਧੀਰਜ ਕੋ ਨਾ ਕਰੇ। ਹੇ ਪਰਮਾਤਮਾ ਮੈਨੂੰ ਮਿਲੋ। ਲੱਲੇ ਨੂੰ ਔਂਕੜ ਲਾਈ ਹੋਈ ਹੈ। ਪੜ੍ਹਨਾ ਮਿਲ ਹੈ, ਭਾਵ ਹੈ ਮਿਲੋ। ਮਿਲ ਰਾਮ ਪਿਆਰੇ, ਹੇ ਪਿਆਰੇ ਰਾਮ ਤੁਸੀਂ ਮੈਨੂੰ ਮਿਲੋ। ਤੁਮ ਬਿਨ ਧੀਰਜ ਕੋ ਨਾ ਕਰੇ, ਕਿਉਂਕਿ ਤੁਹਾਡੇ ਤੋਂ ਬਿਨਾਂ ਮੇਰੇ ਮਨ ਨੂੰ ਧੀਰਜ ਆਉਂਦਾ ਹੀ ਨਹੀਂ ਹੈ। ਰਹਾਉ ਸਿਮਰਤ ਸ਼ਾਸਤਰ ਬਹੁ ਕਰਮ ਕਮਾਏ, ਪ੍ਰਭ ਤੁਮਰੇ ਦਰਸ ਬਿਨ ਸੁਖ ਨਾਹੀ। ਸਿਮਰਤੀਆਂ ਤੇ ਸ਼ਾਸਤਰਾਂ ਨੇ ਜਿਹੜੇ ਕਰਮ ਦੱਸੇ ਨੇ, ਕਹਿੰਦੇ ਮੈਂ ਬਹੁਤ ਕੀਤੇ। ਪ੍ਰਭ ਹੇ ਪਰਮਾਤਮਾ ਤੁਮਰੇ ਦਰਸ ਬਿਨ, ਤੇਰੇ ਦਰਸ਼ਨਾਂ ਤੋਂ ਬਿਨਾਂ ਸੁਖ ਨਹੀਂ। ਮੇਰੇ ਮਨ ਨੂੰ ਸੁਖ ਨਹੀਂ ਮਿਲਦਾ। ਮਨ ਨੂੰ ਸ਼ਾਂਤੀ ਉਦੋਂ ਮਿਲਦੀ ਜਦੋਂ ਪਰਮਾਤਮਾ ਦੇ ਦਰਸ਼ਨ ਹੋ ਜਾਣ। ਭਗਤੀ ਨਾਲ ਸ਼ਾਂਤੀ ਮਿਲਦੀ ਹੈ, ਪਰ ਜਦੋਂ ਅਸੀਂ ਭਗਤੀ ਨਹੀਂ ਕਰਦੇ ਮਨ ਫਿਰ ਕਈ ਵਾਰੀ ਸ਼ਾਂਤ ਹੋ ਜਾਂਦਾ। ਜਦੋਂ ਪਰਮਾਤਮਾ ਮਿਲ ਪਏਗਾ ਬੰਦਾ ਸ਼ਾਂਤ ਚਿੱਤ ਰਹੇਗਾ ਹਮੇਸ਼ਾ ਹੀ। ਇਸ ਕਰਕੇ ਵਰਤ ਨੇਮ ਸੰਜਮ ਕਰ ਥਾਕੇ, ਨਾਨਕ ਸਾਧ ਸ਼ਰਨ ਪ੍ਰਭ ਸੰਗ ਵਸੈ। ਬੜੇ ਵਰਤ ਰੱਖੇ, ਬੜੇ ਧਾਰਮਿਕ ਨਿਯਮਾਂ ਦੀ ਪਾਲਣਾ ਕੀਤੀ। ਸੰਜਮ ਹੁੰਦਾ ਹੈ ਇੰਦਰੀਆਂ 'ਤੇ ਕੰਟਰੋਲ, ਆਪਣੀਆਂ ਅੱਖਾਂ 'ਤੇ, ਆਪਣੇ ਕੰਨਾਂ 'ਤੇ, ਆਪਣੇ ਮੂੰਹ 'ਤੇ, ਆਪਣੇ ਹੱਥਾਂ 'ਤੇ, ਆਪਣੇ ਲੱਤ ਪੈਰਾਂ 'ਤੇ ਬੜਾ ਕੰਟਰੋਲ ਕੀਤਾ ਕਿ ਮਾੜੇ ਪਾਸੇ ਨਾ ਜਾਣ। ਉਹਨੂੰ ਕਹਿੰਦੇ ਸੰਜਮ। ਕਹਿੰਦੇ ਵਰਤ ਰੱਖ ਕੇ, ਨਿਯਮਾਂ ਦੀ ਪਾਲਣਾ ਕਰ ਕਰਕੇ, ਸੰਜਮ ਰੱਖ ਕਰਕੇ ਥੱਕ ਗਏ। ਕਿਸੇ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਈ। ਫਿਰ ਕੀ ਹੋਇਆ? ਨਾਨਕ ਸਾਧ ਸ਼ਰਨ ਪ੍ਰਭ ਸੰਗ ਵਸੈ। ਜਦੋਂ ਗੁਰੂ ਦੀ ਸ਼ਰਨ 'ਚ ਆ ਗਏ ਪ੍ਰਭ ਸੰਗ ਵਸੈ, ਫਿਰ ਪਰਮਾਤਮਾ ਨਾਲ ਵਸਣ ਲੱਗ ਪਿਆ। ਸੋ ਸਿੱਖ ਨੇ ਆ ਫਜ਼ੂਲ ਦੇ ਕਰਮ ਨਹੀਂ ਕਰਨੇ, ਸਿਰਫ ਗੁਰੂ ਦੀ ਸ਼ਰਨ 'ਚ ਰਹਿਣਾ ਹੈ। ਗੁਰੂ ਦੀ ਸ਼ਰਨ ਦਾ ਮਤਲਬ ਜਿਵੇਂ ਗੁਰੂ ਮਹਾਰਾਜ ਕਹਿੰਦੇ ਉਵੇਂ ਕਰਨਾ, ਬਸ ਫਿਰ ਪਰਮਾਤਮਾ ਮਿਲ ਜਾਏਗਾ। ਸਾਨੂੰ ਪਰਮਾਤਮਾ ਇਸ ਲਈ ਨਹੀਂ ਮਿਲ ਰਿਹਾ ਕਿ ਕੁਝ ਤੇ ਅਸੀਂ ਗੁਰੂ ਅਨੁਸਾਰ ਚੱਲਦੇ ਹਾਂ, ਬਾਕੀ ਆਪਣੀ ਮਰਜ਼ੀ ਕਰਦੇ ਹਾਂ, ਇਸ ਲਈ ਨਹੀਂ ਸਾਨੂੰ ਮਿਲ ਰਿਹਾ। ਜਦੋਂ ਸਾਡਾ ਜੀਵਨ ਟੋਟਲ ਗੁਰਬਾਣੀ ਅਨੁਸਾਰ ਹੋ ਜਾਵੇਗਾ, ਕੋਈ ਵੀ ਕਰਮ ਅਸੀਂ ਗੁਰਬਾਣੀ ਦੇ ਵਿਰੁੱਧ ਨਹੀਂ ਕਰਾਂਗੇ, ਫਿਰ ਪਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ। ਉਹਦਾ ਨਾਮ ਜਪਣਾ, ਸ਼ੁਭ ਕਰਮ ਕਰਨੇ, ਹਉਮੈ ਦਾ ਤਿਆਗ ਕਰਨਾ, ਨਿਮਰਤਾ ਧਾਰਨ ਕਰਨੀ, ਜੋ ਕੁਛ ਮਿਲਿਆ ਉਹਦਾ ਧੰਨਵਾਦ ਕਰਨਾ ਕਿ ਸੱਚੇ ਪਾਤਸ਼ਾਹ ਤੇਰੀ ਕਿਰਪਾ, ਤੂੰ ਰਹਿਣ ਨੂੰ ਕੋਠੀ ਦਿੱਤੀ, ਤੂੰ ਖਾਣ ਨੂੰ 36 ਪ੍ਰਕਾਰ ਦੇ ਭੋਜਨ ਦਿੱਤੇ। ਹਿੰਦੁਸਤਾਨ 18 ਕਰੋੜ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਰਾਤ ਨੂੰ ਖਾਣ ਨੂੰ ਰੋਟੀ ਹੀ ਨਹੀਂ ਮਿਲਦੀ। ਇਹੋ ਜਿਹਾ ਵੀ ਹਾਲ ਹੈ। 22 ਕਰੋੜ ਲੋਕ ਅਜਿਹੇ ਹਨ ਜਿਨ੍ਹਾਂ ਕੋਲੇ ਰਹਿਣ ਨੂੰ ਘਰ ਹੀ ਨਹੀਂ ਹੈ, ਨਾ ਕੱਚਾ ਕੋਠਾ ਵੀ ਨਹੀਂ ਰਹਿਣ ਨੂੰ, ਝੌਂਪੜੀਆਂ 'ਚ ਰਹਿੰਦੇ ਨੇ ਜਾਂ ਸੜਕਾਂ ਦੇ ਕਿਨਾਰੇ 'ਤੇ ਸੌਂਦੇ ਹਨ। ਸਾਨੂੰ ਫਿਰ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ। ਗੁਆਂਢੀ ਦੀ ਕੋਠੀ ਵੇਖ ਕੇ ਆਪਣੇ ਮਨ ਨੂੰ ਨਹੀਂ ਸਾੜਨਾ, ਕਿਉਂਕਿ ਹਰ ਬੰਦੇ ਦੀ ਆਰਥਿਕ ਹਾਲਤ 'ਚ ਫਰਕ ਹੁੰਦਾ ਹੈ। ਕੋਈ ਕਰੋੜਪਤੀ ਹੈ, ਕੋਈ ਵਿਚਾਰਾ ਲੱਖਾਂਪਤੀ ਹੈ। ਜਿਹੋ ਜਿਹੀ ਆਪਣੀ ਆਰਥਿਕ ਹਾਲਤ ਹੋਵੇ ਉਸ ਦੇ ਅਨੁਸਾਰ ਅਸੀਂ ਘਰ ਪਾਉਣਾ ਨਾ। ਸੁਖੀ ਰਹਿਣਾ ਆਪਣੇ ਤੋਂ ਹਮੇਸ਼ਾ ਨੀਵੇਂ ਨੂੰ ਵੇਖੀਦਾ। ਉੱਚੇ ਨੂੰ ਵੇਖੋਗੇ ਫਿਰ ਤੁਸੀਂ ਸੜੋਗੇ। ਉੱਚੇ ਨੂੰ ਉਦੋਂ ਵੇਖਣਾ ਜਦੋਂ ਉਸਦੀ ਰੀਸ ਕਰਨੀ ਹੈ ਤੁਸੀਂ। ਜੇ ਤਾਂ ਉਹਦੀ ਰੀਸ ਕਰਨੀ ਹੈ ਫਿਰ ਜ਼ਰੂਰ ਉੱਚੇ ਨੂੰ ਵੇਖੋ, ਅਤੇ ਜੇ ਉਹਨੂੰ ਵੇਖ ਕੇ ਸੜਨਾ ਹੈ ਤਾਂ ਫਿਰ ਕੋਈ ਫਾਇਦਾ ਨਹੀਂ ਹੁੰਦਾ। ਫਿਰ ਨੀਵੇਂ ਵੱਲ ਵੇਖੋ, ਨੀਵੇਂ ਵੱਲ ਲੈ ਕੇ ਤੁਹਾਡੇ ਮਨ ਨੂੰ ਸ਼ਾਂਤੀ ਰਹੇਗੀ।
ਫਿਰ ਤੁਹਾਡੇ ਮਨੋਂ ਆਪਣੇ ਆਪ ਨਿਕਲੇਗਾ ਦਾਤੇ ਦੇ ਦਿੱਤਾ ਬਹੁਤ ਹੈ। ਤੁਹਾਨੂੰ ਸਰੀਰ ਦੇ ਅੰਗ ਪੂਰੇ ਮਿਲੇ ਨੇ। ਕਰੋੜਾਂ ਲੋਕ ਨੇ ਹਿੰਦੁਸਤਾਨ ਦੇ ਅੰਗਹੀਨ ਹਨ। ਕੋਈ ਲੰਗੜਾ ਹੈ, ਕੋਈ ਲੂਲਾ ਹੈ, ਕੋਈ ਅੰਨ੍ਹਾ ਹੈ, ਕੋਈ ਕਾਣਾ ਹੈ, ਕਿਸੇ ਦੀ ਬਾਂਹ ਕੱਟੀ ਹੋਈ ਹੈ, ਕਿਸੇ ਦੀ ਲੱਤ ਕੱਟੀ ਹੈ, ਕਿਸੇ ਕੁਛ ਹੈ, ਕਿਸੇ ਕੁਛ ਹੈ। ਸੋ ਜਿਹਨੂੰ ਸਰੀਰ ਦੇ ਪੂਰੇ ਅੰਗ ਮਿਲੇ ਹੋਣ ਉਹਨੂੰ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ। ਸੱਚੇ ਪਾਤਸ਼ਾਹ ਤੇਰੀ ਕਿਰਪਾ ਹੈ, ਤੂੰ ਪੂਰੇ ਅੰਗ ਦਿੱਤੇ ਨੇ। ਰੱਬ ਨੇ ਸੁੰਦਰਤਾ ਦਿੱਤੀ, ਉਹਦਾ ਹੰਕਾਰ ਨਹੀਂ ਕਰਨਾ, ਰੱਬ ਦਾ ਧੰਨਵਾਦ ਕਰਨਾ। ਸੱਚੇ ਪਾਤਸ਼ਾਹ ਤੂੰ ਸੋਹਣਾ ਸੁਨੱਖਾ ਚਿਹਰਾ ਦਿੱਤਾ, ਜੋ ਧੰਨਵਾਦ ਕਰਨਾ। ਸੋਹਣੇ ਕੱਪੜੇ ਦਿੱਤੇ ਨੇ, ਧੰਨਵਾਦ ਕਰਨਾ। ਸੱਚੇ ਪਾਤਸ਼ਾਹ ਤੇਰੀ ਬੜੀ ਕਿਰਪਾ ਹੈ। ਕਰੋੜਾਂ ਲੋਕ ਨੇ ਜਿਹੜੇ ਲੀਰਾਂ ਪਤੀਰਾਂ 'ਚ ਵਿਚਾਰੇ ਰਹਿੰਦੇ ਨੇ, ਤਣ ਢੱਕਣ ਨੂੰ ਪੂਰੇ ਕੱਪੜੇ ਨਹੀਂ ਹੈਗੇ। ਕਈ ਗਰੀਬਾਂ ਦੇ ਬੱਚੇ ਕਈ ਦਿਨ ਨਹਾਤੇ ਹੀ ਨਹੀਂ ਹੁੰਦੇ, ਕਦੇ ਉਹ ਵੇਖਣ ਵਾਲਾ ਹੁੰਦਾ ਉਹਨੂੰ। ਉਹਨਾਂ ਦੇ ਪੈਰਾਂ ਵੱਲ ਵੇਖੋ, ਹੱਥਾਂ ਵੱਲ ਕਿੰਨੀ ਕਿੰਨੀ ਮੈਲ ਜੰਮੀ ਹੁੰਦੀ ਹੈ। ਸੋ ਜਦੋਂ ਅਸੀਂ ਇਸ ਤਰ੍ਹਾਂ ਧਿਆਨ ਧਰਦੇ ਹਾਂ ਫਿਰ ਮਨ ਨੂੰ ਬੜਾ ਹੁੰਦਾ ਸੱਚੇ ਪਾਤਸ਼ਾਹ ਤੇਰੀ ਬੜੀ ਕਿਰਪਾ ਹੈ। ਜਦੋਂ ਅਸੀਂ ਧੰਨਵਾਦ ਵਜੋਂ ਜਿਉਣਾ ਸ਼ੁਰੂ ਕਰ ਦਾਂਗੇ ਉਸ 'ਤੇ ਚੌਗਣ ਕਰੇ ਨਿਹਾਲ। ਪਰਮਾਤਮਾ ਹੋਰ ਵੀ ਸਾਨੂੰ ਨਿਹਾਲ ਕਰੇਗਾ ਕਿ ਇਹ ਮੇਰੀ ਰਜ਼ਾ ਵਿੱਚ ਰਹਿ ਰਿਹਾ ਹੈ। ਮਿਲਣਾ ਉਹੀ ਹੈ ਜੋ ਤੁਸੀਂ ਲਿਖਾ ਕੇ ਲਏ ਹੋ। ਸੜੀ ਜੋਗ ਉਹਦੇ ਨਾਲ ਕੁਛ ਨਹੀਂ ਬਣਦਾ ਹੈਗਾ। ਉਹੀ ਮਿਲਣਾ ਜੋ ਤੁਸੀਂ ਲਿਖਾ ਕੇ ਲਿਆ। ਸੰਸਾਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ। ਹਿੰਦੁਸਤਾਨ 'ਚ ਅਨਾਜ ਦੀ ਨਹੀਂ ਕਮੀ, ਪਰ ਇਸ ਦੇ ਬਾਵਜੂਦ ਇੰਨਾ ਅਨਾਜ ਹੋਣ ਦੇ ਬਾਵਜੂਦ 22 ਕਰੋੜ ਲੋਕ ਭੁੱਖੇ ਸੌਂਦੇ ਨੇ। ਸਵਾਲ ਤਾਂ ਇਹ ਹੈ ਨਾ, ਇੱਕ ਤਾਂ ਹੈ ਜੀ ਅਨਾਜ ਹੀ ਘੱਟ ਹੈ, ਪਰ ਤਾਂ ਗੱਲ ਵੱਖਰੀ ਹੈ। ਅਨਾਜ ਹੈ, ਚੂਹੇ ਖਾ ਰਹੇ ਨੇ, ਸੁਸਰੀ ਖਾ ਰਹੀ ਹੈ, ਮੀਂਹ ਦੇ ਵਿੱਚੋਂ ਬਾਹਰ ਖਰਾਬ ਹੋ ਰਿਹਾ, ਤਰਪਾਲਾਂ ਭਿੱਜ ਜਾਂਦੀਆਂ, ਕਈ ਵਾਰੀ ਹਨੇਰੀ ਨਾਲ ਤਰਪਾਲ ਲੈ ਜਾਂਦੀ, ਉਧਰ ਮਗਰੋਂ ਮੀਂਹ ਪੈਣ ਲੱਗ ਭਿੱਜ ਜਾਂਦਾ ਹੈ। ਅਨਾਜ ਦੀ ਕੋਈ ਕਮੀ ਨਹੀਂ, ਪਰ ਮਿਲਣਾ ਤਾਂ ਉਹੀ ਹੁੰਦਾ ਨਾ ਜੋ ਲਿਖਾ ਕੇ ਲਿਆ ਹੈ। ਤੁਹਾਡੇ ਆਲੇ ਦੁਆਲੇ ਕਿੰਨਾ ਕੁਛ ਵੀ ਕਿਉਂ ਨਾ ਹੋਵੇ, ਤੁਹਾਨੂੰ ਉਹੀ ਮਿਲਣਾ ਜੋ ਤੁਸੀਂ ਲਿਖਾ ਕੇ ਲਏ ਹੋ। ਆਲੇ ਸੰਸਾਰ ਭਾਵੇਂ ਕਿੰਨੇ ਹੀ ਹੋਵੇ ਹਨ। ਮੈਂ ਉਦਾਹਰਨ ਵੀ ਦਿੰਦਾ ਹੁਣ। ਇੱਕ ਸੱਸ ਥੋੜ੍ਹੀ ਜਿਹੀ ਸਖਤ ਸੀ, ਉਹ ਆਪਣੀ ਨੂੰਹ ਨੂੰ ਇੱਕੋ ਕੜਛੀ ਦਾਲ ਦਿਆ ਕਰਦੇ ਸੀ। ਇੱਕ ਦਿਨ ਪ੍ਰਾਹੁਣੇ ਆ ਗਏ, ਦਾਲ ਕਾਫੀ ਬਣਾ ਰਹੀ ਹੈ ਨੂੰਹ, ਕੜਛੀ ਫੇਰ ਰਹੀ ਹੈ, ਨਾਲ ਕਹਿ ਰਹੀ ਹੈ ਅੱਜ ਮੈਨੂੰ 2 ਕੜਛੀਆਂ ਮਿਲਣਗੀਆਂ। ਕੋਲੋਂ ਸੱਸ ਲੰਘੀ, ਕਹਿੰਦੇ ਤੈਨੂੰ ਇੱਕੋ ਹੀ ਮਿਲਣੀ। ਸਾਡੇ ਆਲੇ ਦੁਆਲੇ ਕਿੰਨਾ ਕੁਛ ਵੀ ਕਿਉਂ ਨਾ ਹੋਵੇ, ਜੋ ਅਸੀਂ ਲਿਖਾ ਕੇ ਲੈ ਸਾਨੂੰ ਉਹੀ ਮਿਲਣਾ। ਸੰਸਾਰ 'ਚ ਕਮੀ ਕਿਸੇ ਚੀਜ਼ ਦੀ ਨਹੀਂ, ਪਰ ਮਿਲਣਾ ਉਹੀ ਹੈ ਜੋ ਅਸੀਂ ਲਿਖਾ ਕੇ ਲਿਆ। ਵੱਧ ਲਿਖਾਉਣੇ ਫਿਰ ਭਜਨ ਬੰਦਗੀ ਕਰਨੀ ਪਏਗੀ। ਕਰੋ ਫਿਰ ਡਟ ਕੇ, 2 ਕੜਛੀਆਂ ਮਿਲ ਜਾਣ, ਫਿਰ ਭਜਨ ਬੰਦਗੀ ਕਰਨੀ ਮੇਰੀ ਡਟ ਕੇ ਨਹੀਂ, ਆਪਣੇ ਇੱਕ ਕੜਛੀ 'ਤੇ ਸਬਰ ਕਰ ਲਓ। ਸੋ ਇਸ ਲਈ ਗੁਰੂ ਮਹਾਰਾਜ ਕਹਿੰਦੇ ਵਰਤ ਨੇਮ ਸੰਜਮ ਕਰ ਥੱਕੇ। ਅਸੀਂ ਵਰਤ ਰੱਖ ਕੇ ਨਿਯਮਾਂ ਦੀ ਪਾਲਣਾ ਕਰ ਕਰਕੇ ਇੰਦਰੀਆਂ 'ਤੇ ਕੰਟਰੋਲ ਕਰ ਕਰਕੇ ਥੱਕ ਗਏ। ਨਾਨਕ ਸਾਧ ਸ਼ਰਨ ਪ੍ਰਭ ਸੰਗ ਵਸੈ। ਪਰੰਤੂ ਜਦੋਂ ਅਸੀਂ ਗੁਰੂ ਦੀ ਸ਼ਰਨ 'ਚ ਆਏ ਫਿਰ ਬਦਲਾ ਪਰਮਾਤਮਾ ਦੇ ਨਾਲ ਹੀ ਵਸਦਾ ਹੈ। ਪਰਮਾਤਮਾ ਨਾਲ ਹੀ ਵਸਦਾ ਹੈ। ਆਸਾ ਮਹਿਲਾ ਪੰਜਵਾਂ, ਘਰ 15ਵਾਂ ਪੜਤਾਲ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਬੇਕਾਰ ਮਾਇਆ ਮਾਦ ਸੋਇਓ, ਸੂਝ ਬੂਝ ਨਾ ਆਵੇ। ਮਾਦ ਹੁੰਦਾ ਨਸ਼ਾ, ਬੇਕਾਰ ਬੁਰਾਈਆਂ, ਬੁਰਾਈਆਂ ਵਿੱਚ ਮਾਇਆ ਦੇ ਨਸ਼ੇ ਵਿੱਚ ਇਹ ਮਨੁੱਖ ਸੁੱਤਾ ਹੋਇਆ, ਸੋਇਆ ਸੁੱਤਾ ਹੋਇਆ। ਸੁੱਤੇ ਤੋਂ ਮਤਲਬ ਜਿਵੇਂ ਆਪਾਂ ਰਾਤ ਨੂੰ ਸੌਂਦੇ ਉਹ ਨਹੀਂ, ਅਗਿਆਨਤਾ ਵਿੱਚ ਰਹਿਣਾ।
ਮਨੁੱਖ ਵਿਸ਼ੇ ਵਿਕਾਰਾਂ 'ਚ ਲੱਗਾ ਹੋਇਆ ਹੈ, ਮਾਇਆ ਦੀ ਮਸਤੀ ਵਿੱਚ ਹੈ। ਇਹ ਅਗਿਆਨੀ ਹੈ। ਸੂਝ ਬੂਝ ਨਾ ਆਵੇ, ਇਹਨੂੰ ਕੋਈ ਸੋਝੀ ਨਹੀਂ, ਇਹਨੂੰ ਕੋਈ ਗਿਆਨ ਨਹੀਂ ਕਿ ਮੈਂ ਕਾਹਦੇ ਲਈ ਆਇਆ। ਮਨੁੱਖ ਨੂੰ ਗਿਆਨ ਹੀ ਨਹੀਂ ਕੋਈ ਸੰਸਾਰ 'ਚ ਕਾਹਦੇ ਲਈ ਆਇਆ ਹੈ। ਯੂਰਪੀਅਨ ਫਿਲਾਸਫੀ ਹੈ ਈਟ ਡਰਿੰਕ ਐਂਡ ਬੀ ਮੈਰੀ। ਖਾਓ ਪੀਓ ਮੌਜ ਕਰੋ। ਧਰਮ ਇਹ ਨਹੀਂ ਕਹਿੰਦਾ ਖਾਓ ਨਾ ਪੀਓ ਨਾ। ਉਹਨਾਂ ਦਾ ਪੀਓ ਤਾਂ ਮਤਲਬ ਹੈ ਸ਼ਰਾਬ ਪੀਓ। ਖਾਓ ਮੀਟ ਖਾਓ, ਪੀਓ ਸ਼ਰਾਬ ਪੀਓ। ਈਟ ਡਰਿੰਕ ਐਂਡ ਬੀ ਮੈਰੀ, ਤੇ ਖੁਸ਼ ਰਹੋ। ਸਾਨੂੰ ਖਾਣ ਪੀਣ ਤੋਂ, ਰੋਟੀ ਪਾਣੀ ਤੋਂ ਮਨਾਹੀ ਨਹੀਂ ਹੈ। ਜਿਸ ਨੇ ਭਜਨ ਬੰਦਗੀ ਕਰਨੀ ਉਸ ਨੂੰ ਸਾਤਵਿਕ ਭੋਜਨ ਖਾਣਾ ਪੈਂਦਾ, ਤਾਮਸ ਭੋਜਨ ਨਹੀਂ ਖਾਣਾ। ਜਦ ਤੁਸੀਂ ਰਾਤ ਨੂੰ ਰੋਟੀ ਖਾਂਦੇ ਹੋ, ਤੁਹਾਡਾ ਸਰੀਰ ਹੀ ਤੁਹਾਨੂੰ ਦੱਸਦਾ ਕਿ ਅੱਜ ਜੋ ਮੈਂ ਖਾਧਾ ਠੀਕ ਨਹੀਂ ਖਾਧਾ। ਹਜਮ ਨਹੀਂ ਹੋਵੇਗਾ, ਕੋਈ ਗੈਸ ਬਣ ਜਾਏਗੀ, ਕੋਈ ਗੜਬੜ ਸਰੀਰ 'ਚ ਹੋ ਜਾਏਗੀ। ਪਤਾ ਲੱਗਦਾ ਵੀ ਨਹੀਂ, ਇਹ ਮੈਨੂੰ ਫਿੱਟ ਨਹੀਂ ਹੈ। ਭਾਵੇਂ ਸਿੱਖ ਧਰਮ ਦੇ ਵਿੱਚ ਮੀਟ ਖਾਣਾ ਮਨ੍ਹਾ ਨਹੀਂ ਹੈ, ਕਿਉਂਕਿ ਦਸਮ ਪਾਤਸ਼ਾਹ ਨੇ ਸਿਰਫ ਕੁੱਠਾ ਖਾਣ ਤੋਂ ਮਨ੍ਹਾ ਕੀਤਾ। ਮੁਸਲਮਾਨੀ ਢੰਗ ਨਾਲ ਬਣਾਇਆ ਹੋਇਆ ਮੀਟ ਨਹੀਂ ਖਾਣਾ। ਪਰ ਜਿਹੜੇ ਧਾਰਮਿਕ ਬੰਦੇ ਹੁੰਦੇ ਨੇ, ਉਹ ਹੁੰਦੇ ਨੇ ਕਾਈਂਡ ਹਾਰਟਡ, ਦਿਆਲੂ। ਉਹ ਨਹੀਂ ਚਾਹੁੰਦੇ ਕਿ ਕਿਸੇ ਨੂੰ ਮਾਰ ਕੇ ਆਪਣੇ ਜੀਵ ਦਾ ਸਵਾਦ ਪੂਰਾ ਕੀਤਾ ਜਾਵੇ। ਉਹ ਹੌਲੀ ਹੌਲੀ ਛੱਡ ਦਿੰਦੇ ਨੇ। ਜਿਉਂ-ਜਿਉਂ ਭਜਨ ਬੰਦਗੀ ਕਰਦੇ ਨੇ, ਉਹਨਾਂ ਨੂੰ ਸੋਝੀ ਆ ਜਾਂਦੀ ਹੈ, ਉਹ ਜੀਵ ਹੱਤਿਆ ਬੰਦ ਕਰਦੇ, ਉਹ ਨਹੀਂ ਮੀਟ ਖਾਂਦੇ। ਇਸ ਲਈ ਸਿੱਖ ਨੇ ਜਿਹੜਾ ਹੈ ਸਾਤਵਿਕ ਭੋਜਨ ਖਾਣਾ, ਜਿਹਨੂੰ ਵੈਸ਼ਨੂੰ ਭੋਜਨ ਕਹਿੰਦੇ। ਭਾਰਾ ਭੋਜਨ ਨਹੀਂ ਖਾਣਾ। ਜਿਵੇਂ ਮਾਹਾਂ ਦੀ ਦਾਲ ਹੈ, ਇਹਨੂੰ ਭਾਰਾ ਭੋਜਨ ਗਿਣਿਆ ਗਿਆ। ਮੂੰਗੀ ਦੀ ਦਾਲ ਨੂੰ ਹੌਲਾ ਗਿਣਿਆ ਗਿਆ। ਮੂੰਗੀ ਦੀ ਦਾਲ ਨੂੰ ਆਮ ਤੌਰ 'ਤੇ ਲੋਕ ਬਿਮਾਰਾਂ ਦੀ ਦਾਲ ਕਹਿੰਦੇ ਹੁੰਦੇ, ਕਿਉਂਕਿ ਜਿਹੜਾ ਬੰਦਾ ਬਿਮਾਰ ਹੁੰਦਾ ਉਹਨੂੰ ਹਸਪਤਾਲਾਂ 'ਚ ਮੂੰਗੀ ਦੀ ਦਾਲ ਹੀ ਖਾਣ ਦਿੰਦੇ। ਮੇਰਾ ਖਿਆਲ ਹੈ ਹਿੰਦੁਸਤਾਨ ਬਿਮਾਰ ਹੋ ਰਿਹਾ, ਇਸ ਲਈ ਸਰਕਾਰ ਨੇ ਕਹਿੰਦਾ ਮੂੰਗੀ ਬੀਜੋ, ਅਸੀਂ ਤੁਹਾਡੀ ਖਰੀਦਾਂਗੇ। ਤਾਂ ਹੀ ਮੂੰਗੀ ਕਿਹਾ, ਹੋਰ ਨਹੀਂ ਕੁਛ ਕਿਹਾ। ਦਾਲਾਂ ਬੜੀਆਂ ਨੇ, ਦਾ ਮਾਂ ਛੋਲੇ ਦਾ ਬੜੀਆਂ ਦਾਲਾਂ ਨੇ, ਮੂੰਗੀ ਕਿਹਾ ਹੈ। ਉਹ ਕਿਉਂ ਕਿਹਾ? ਬਈ ਜੇ ਮੂੰਗੀ ਬੀਜਣਗੇ ਆਪੇ ਹੀ ਜੀਰੀ ਲੇਟ ਬੀਜਣਗੇ, ਲੇਟ ਬੀਜਣਗੇ, ਪਾਣੀ ਘੱਟ ਵਰਤੇ, ਉਹਨਾਂ ਚਿਰ ਮੀਂਹ ਪੈਣ ਲੱਗ ਜਾਣਾ, ਪਾਣੀ ਦੀ ਘੱਟ ਵਰਤੋਂ ਹੋਏਗੀ, ਜ਼ਮੀਨ 'ਚ ਪਾਣੀ ਘੱਟ ਖਿੱਚਣਗੇ, ਨਾਲੇ ਇਸ ਬਹਾਨੇ 2 ਫਸਲਾਂ ਪ੍ਰਾਪਤ ਕਰ ਲੈਣਗੇ। ਔਰ ਮੈਂ ਦੇਖਿਆ ਇੱਕ ਵਾਰੀ ਲੰਘਦਾ ਨਾ, ਬਥੇਰਿਆਂ ਨੇ ਮੂੰਗੀ ਬੀਜੀ ਹੋਈ ਹੈ, ਔਰ ਭਾਅ ਵੀ ਵਧੀਆ ਮਿਲ ਰਿਹਾ ਹੈ। ਉਹ ਬਹੁਤ ਵੱਢਣ ਤਿਆਰ ਨੇ, ਉਹ ਤੋਂ ਬਾਅਦ ਆਪਣਾ ਜੀਰੀ ਬੀਜ ਲੈਣਗੇ। ਨਹੀਂ ਤਾਂ ਫਿਰ ਜ਼ਿੱਦ ਕਰਦੇ ਅਸੀਂ 10 ਜੂਨ ਨੇ ਬੀਜਣੀ, ਵੀ 7 ਦਿਨ ਨਾਲ ਕੀ ਹੋ ਜਾਏਗਾ। ਸਰਕਾਰ ਦਾ ਮਤਲਬ ਹੀ 18 ਜੂਨ ਤੱਕ ਕੋਈ ਨਾ ਕੋਈ ਮੀਂਹ ਮੂੰਹ ਪੈਣ ਲੱਗ ਜਾਏਗਾ ਅਤੇ ਠੀਕ ਹੋ ਜਾਏਗਾ। ਨਾ ਮਾਨੂੰ, ਚਲੋ ਨਾ ਕਿ ਚੰਗਾ ਬਾਬਾ 14 ਨੂੰ ਬੀਜ ਲਿਆ ਤੁਸੀਂ, ਉਹਨਾਂ ਦੀ ਵੀ ਰਹਿ ਗਈ, ਉਹਨਾਂ ਦੀ ਵੀ ਰਹਿ ਗਈ। ਚਲੋ ਖੈਰ। ਸੋ ਸਿੱਖ ਦਾ ਜਿਹੜਾ ਭੋਜਨ ਹੈ ਉਹ ਸਾਤਵਿਕ ਹੁੰਦਾ ਹੈ। ਖਾਓ ਪੀਓ, ਇੰਨੇ ਫਲ ਫਰੂਟ ਨੇ, ਸਾਰੇ ਫਲ ਹੀ ਲਾਭਦਾਇਕ ਹੁੰਦੇ ਨੇ। ਸਿਰਫ ਕੁਝ ਫਲ ਨੇ ਜਿਹੜੇ ਜ਼ਿਆਦਾ ਨਹੀਂ ਖਾਣੇ ਚਾਹੀਦੇ, ਉਹਨਾਂ 'ਚ ਮਿਠਾਸ ਜ਼ਿਆਦਾ ਹੁੰਦੀ ਹੈ। ਜਿਵੇਂ ਚੀਕੂ ਹੈ, ਇਹ ਰੋਜ਼ ਰੋਜ਼ ਨਹੀਂ ਖਾਣੇ ਚਾਹੀਦੇ। ਅੰਬ ਹੈ, ਇਹ ਰੋਜ਼ ਰੋਜ਼ ਨਹੀਂ ਖਾਣਾ ਚਾਹੀਦਾ। ਜੇ ਖਾਣਾ ਥੋੜ੍ਹਾ ਖਾਓ। ਇਹ ਨਹੀਂ ਕਿ ਹਾਂ ਬੜੇ ਅੰਬ ਸਵਾਦ ਨਹੀਂ, ਇਹਨਾਂ ਨਾਲ ਹੀ ਰੱਜ ਲਓ, ਰੋਟੀ ਦੀ ਲੋੜ ਨਹੀਂ ਹੈ। ਉਹ ਕੀ ਹੋਏਗਾ, ਅੰਦਰ ਬਹੁਤ ਜ਼ਿਆਦਾ ਸ਼ੂਗਰ ਹੋ ਜਾਏਗੀ, ਬਾਅਦ 'ਚ ਫਿਰ ਸਿਆਪਾ ਖੜਾ ਹੋ ਜਾਏਗਾ। ਆਪਣਾ ਸਤਸੰਗੀ ਹੈ, ਕਹਿੰਦਾ ਮੈਂ ਪਿਛਲੇ ਸਾਲ ਜੀ ਬੜੇ ਅੰਬ ਖਾਧੇ, ਨਵੰਬਰ ਜਾ ਕੇ ਮੈਨੂੰ ਸ਼ੂਗਰ ਹੋ ਗਈ, ਹੁਣ ਮੈਂ ਦਵਾਈਆਂ ਖਾ ਰਿਹਾ ਰੋਜ਼। ਸਵਾਦ 'ਚ ਨਹੀਂ ਪੈਣਾ। ਬਹੁਤ ਸਾਰੀ ਚੀਜ਼ਾਂ ਸਵਾਦ ਲੱਗਦੀਆਂ ਨੇ, ਪਰ ਹਰ ਇੱਕ ਚੀਜ਼ ਨੂੰ ਹੱਦ ਵਿੱਚ ਰਹਿ ਕੇ ਖਾਣਾ।
ਕੋਈ ਚੀਜ਼ਾਂ ਨੇ ਜਿਵੇਂ ਸੇਬ ਹੈ ਜਿੰਨੇ ਮਰਜ਼ੀ ਖਾ ਲਓ, ਕੋਈ ਨੁਕਸਾਨ ਨਹੀਂ ਤੁਹਾਡਾ ਕਰਦੇ, ਪਰ ਜਿਹੜੀ ਬਹੁਤੀਆਂ ਮਿੱਠੀਆਂ ਚੀਜ਼ਾਂ ਨੇ ਪਰਹੇਜ਼ ਕਰਨਾ ਚਾਹੀਦਾ। ਹੁਣ ਡਾਕਟਰ ਤਾਂ ਜਿਹੜੀ ਚੀਨੀ ਹੈ ਬਿਲਕੁਲ ਬੰਦ ਕਰਦੇ, ਕਹਿੰਦੇ ਇਹ ਵਰਤਣੀ ਵੀ ਨਹੀਂ ਹੈ, ਵਰਤਣੀ ਹੈ ਸ਼ੱਕਰ ਵਰਤਣੀ ਹੈ, ਗੁੜ ਵਰਤਣਾ ਹੈ। ਕਣਕ ਦਾ ਆਟਾ ਬੰਦ ਕਰਦੇ, ਕਹਿੰਦੇ ਕਣਕ ਦੇ ਆਟੇ 'ਚ ਸ਼ੂਗਰ ਹੁੰਦੀ ਹੈ, ਫਿਰ ਬੰਦ ਕਰੋ, ਕਹਿੰਦੇ ਚੀਨੀ ਨੂੰ ਬੰਦ ਕਰੋ। ਤਾਂ ਕਿਉਂਕਿ ਜਿਹੜਾ ਇਹ ਸ਼ੂਗਰ ਸਾਰੇ ਸੰਸਾਰ 'ਚ ਵੱਧ ਰਹੀ ਹੈ ਅਤੇ ਵਿਸ਼ੀ ਸਰਕਲ ਇੱਕ ਚੱਲ ਪਿਆ ਹੈ। ਜਦੋਂ ਪਹਿਲਾਂ 125 ਤੱਕ ਸ਼ੂਗਰ ਠੀਕ ਹੁੰਦੀ ਸੀ, ਲੋਕਾਂ ਤੋਂ ਬਟੋਰਨ ਲਈ ਪੈਸੇ, ਬਿਮਾਰੀਆਂ 'ਤੇ ਉਹਨਾਂ ਲਾਉਣ ਲਈ ਜਿਹੜਾ ਹੈ 125 ਤੋਂ ਫਿਰ 115 'ਤੇ ਆ ਗਏ, ਹੁਣ 110 'ਤੇ ਆ ਗਏ ਨੇ, ਹੁਣ 100 'ਤੇ ਆ ਗਏ ਨੇ ਵੀ 100 ਤੋਂ ਵੱਧ ਤੁਹਾਨੂੰ ਸ਼ੂਗਰ ਲੱਗਾ ਰਿਹਾ ਹੁਣ ਸਾਰੀ ਉਮਰ। ਕੁਛ ਨਹੀਂ, ਇਹ ਡਰਾਵਾ ਹੁੰਦਾ ਹੈ। 125-30 ਤੱਕ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੁੰਦੀ ਹੈ। ਇਹ ਡਰਾਵਾ ਹੈ ਵੀ ਸਾਡੀਆਂ ਦਵਾਈਆਂ ਵਿਕਣ। ਇਹ ਵੱਡੀਆਂ ਵੱਡੀਆਂ ਕੰਪਨੀਆਂ ਇਹਨਾਂ ਡਾਕਟਰਾਂ ਨਾਲ ਰਲ ਜਾਂਦੀਆਂ ਨੇ ਅਤੇ ਉਹ ਵੀ ਕਹਿੰਦੇ ਹਾਂ ਜੀ ਬਾਅਦ ਜੋ ਹੋ ਗਈ ਜੀ ਤੁਹਾਨੂੰ ਸ਼ੂਗਰ, ਬਸ ਐਨ ਕੰਢੇ 'ਤੇ ਜੀ ਸਾਵਧਾਨ ਹੋ ਜਾਓ ਜੀ, ਬਸ ਸ਼ੂਗਰ ਹੋ ਗਈ, ਖਾਓ ਜੀ ਰੋਜ਼ ਗੋਲੀ ਖਾਓ। ਸੋ ਮੇਰੇ ਕਹਿਣ ਦਾ ਮਤਲਬ ਹੈ ਪਰਹੇਜ਼ ਦੇ ਵਿੱਚ ਰਹਿਣਾ ਚਾਹੀਦਾ ਹੈ। ਤਾਂ ਹੀ ਕਹਿੰਦੇ ਨੇ ਵੀ ਇੱਕੋ ਵਾਰੀ ਢਿੱਡ ਭਰ ਕੇ ਨਹੀਂ ਖਾਣਾ ਚਾਹੀਦਾ, 3-4 ਵਾਰੀ ਖਾ ਸਕਦੇ ਤੁਸੀਂ 7-8 ਰੋਟੀਆਂ ਸਾਰੇ ਦਿਨ 'ਚ ਖਾਣੀਆਂ ਨੇ, ਉਹ 2-2 ਕਰਕੇ ਉਹਨਾਂ ਨੂੰ 4 ਵਾਰੀ ਖਾ ਲਓ। ਉਹਦੇ ਕੀ ਹੋਏਗਾ, ਉਹ ਹਜ਼ਮ ਛੇਤੀ ਹੋ ਜਾਏਗੀ ਅਤੇ ਲੋੜ ਅਨੁਸਾਰ ਤੁਹਾਨੂੰ ਐਨਰਜੀ ਮਿਲਦੀ ਰਹੇਗੀ। ਖੈਰ, ਇਹ ਤਾਂ ਦੱਸਿਆ ਕਿ ਭਜਨ ਬੰਦਗੀ ਲਈ ਤੰਦਰੁਸਤ ਰਹਿਣਾ ਬਹੁਤ ਜ਼ਰੂਰੀ ਹੈ। ਬਿਮਾਰ ਬੰਦਾ ਭਜਨ ਬੰਦਗੀ ਨਹੀਂ ਕਰ ਸਕਦਾ। ਮੰਨ ਲਓ ਮੇਰਾ ਕੋਈ ਸਰੀਰ ਦੁਖਦਾ, ਅੰਗ ਦੁਖਦਾ, ਮੈਂ ਹਾਏ ਹਾਏ ਕਰਾਂਗੇ ਕਿ ਵਾਹਿਗੁਰੂ ਵਾਹਿਗੁਰੂ ਕਰਾਂਗੇ। ਹਸਪਤਾਲ 'ਚ ਬੰਦਾ ਦਾਖਲ ਹੈ, ਕਿਸੇ ਦੇ ਮੂੰਹੋਂ ਵਾਹਿਗੁਰੂ ਨਹੀਂ ਨਿਕਲਦਾ। ਇਹ ਤੰਦਰੁਸਤੀ ਦੇ ਵਿੱਚ ਹੀ ਵਾਹਿਗੁਰੂ ਵਾਹਿਗੁਰੂ ਹੋ ਸਕਦਾ। ਪਰ ਦੁੱਖ ਇਸ ਗੱਲ ਦਾ ਕਿ ਜਦੋਂ ਬੰਦਾ ਤੰਦਰੁਸਤ ਹੁੰਦਾ ਉਦੋਂ ਲੜਨ ਝਗੜ 'ਚ ਰਹਿੰਦਾ, ਪੁੱਠੇ ਕੰਮਾਂ 'ਚ ਲੱਗਾ ਰਹਿੰਦਾ। ਜਿੰਨੀਆਂ ਬੁਰਾਈਆਂ ਨੇ, ਬੁਰੇ ਕੰਮ ਨੇ, ਸਭ ਜਵਾਨੀ ਅਤੇ ਤੰਦਰੁਸਤੀ 'ਚ ਕੀਤੇ ਜਾਂਦੇ ਹਨ, ਬੁਢਾਪੇ 'ਚ ਨਹੀਂ ਕੀਤੇ ਜਾਂਦੇ। ਜਿਹੜੇ ਜੇਲ੍ਹਾਂ 'ਚ ਬੈਠੇ ਜਾਂ ਜਵਾਨੀ 'ਚ ਸਨ, ਇਹਨਾਂ ਬੁਰੇ ਕੰਮ ਕਰਨੇ ਸ਼ੁਰੂ ਕਰਤੇ। ਕਿਉਂ? ਉਹਦਾ ਸਰੀਰ 'ਚ ਤਾਕਤ ਸੀ, ਤੰਦਰੁਸਤ ਸਨ, ਉਹਦਾ ਸਹੀ ਪ੍ਰਯੋਗ ਨਹੀਂ ਕੀਤਾ, ਪੁੱਠੇ ਕੰਮਾਂ 'ਚ ਸਾਰੀ ਜਵਾਨੀ ਲਾ ਦਿੱਤੀ ਅਤੇ ਸਾਰਾ ਬੁਢੇਪਾ ਹੁਣ ਜੇਲ੍ਹਾਂ 'ਚ ਲੰਘ ਜਾਣਾ। ਸੋ ਇਸ ਕਰਕੇ ਅਸੀਂ ਭਜਨ ਬੰਦਗੀ ਤਾਂ ਹੀ ਕਰ ਸਕਦੇ ਹਾਂ ਜੇ ਸਾਡੀ ਖੁਰਾਕ ਸਹੀ ਹੋਵੇ, ਅਸੀਂ ਤੰਦਰੁਸਤ ਹੋਈਏ, ਸਾਡੇ ਕਰਮ ਠੀਕ ਹੋਣ, ਤਾਂ ਜੋ ਭਜਨ ਬੰਦਗੀ ਕਰਦੇ ਸਮੇਂ ਸਾਡਾ ਹੋਰ ਪਾਸੇ ਖਿਆਲ ਨਾ ਜਾਵੇ। ਇਸ ਲਈ ਸਿੱਖ ਨੇ ਸ਼ੁਭ ਕਰਮ ਕਰਨੇ ਨੇ, ਨਾਮ ਜਪਣਾ। ਕਹਿੰਦੇ ਵਿਕਾਰ ਮਾਇਆ ਮਾਦ ਸੋਇਓ, ਸੂਝ ਬੂਝ ਨਾ ਆਵੇ। ਵਿਕਾਰ ਬੁਰਾਈਆਂ ਦੇ ਵਿੱਚ, ਮਾਦ ਨਸ਼ਾ, ਮਾਇਆ ਦੇ ਨਸ਼ੇ ਵਿੱਚ ਇਹ ਸੁੱਤਾ ਹੋਇਆ ਹੈ। ਸੂਝ ਬੂਝ ਨਾ, ਇਹਨੂੰ ਕੋਈ ਸੋਝੀ ਹੀ ਨਹੀਂ ਹੈ ਕਿ ਮੈਂ ਕੀ ਕਰਨੇ ਸੰਸਾਰ 'ਤੇ ਆਇਆ। ਧਰਮ ਕਹਿੰਦਾ ਤੂੰ ਨਾਮ ਜਪਣਾ ਹੈ, ਅਵਰ ਕਾਜ ਤੇਰੇ ਕਿਤੇ ਨਾ ਕਰ, ਤੂੰ ਉਹਦੇ ਨਾਮ ਜਪਣਾ ਹੈ। ਹੁਣ ਜੇ ਨਾਮ ਹੀ ਨਾ ਜਪਿਆ ਫਿਰ ਸਜ਼ਾ ਤਾਂ ਮਿਲਣੀ ਹੀ ਮਿਲਣੀ ਹੈ। ਫਿਰ ਕੀ ਹੋਏਗਾ? ਕਦੇ ਪਕੜ ਕੇਸ ਜਮ ਉਠਾਰਿਓ, ਤਦ ਹੀ ਘਰ ਆ ਜਾਵੇ। ਪਕੜ ਕੇ ਜਬ ਵਾਲਾ ਤੋਂ ਫੜ ਕੇ ਜਮਾਂ ਨੇ ਉਠਾ ਲੈਣ ਵੀ ਚੱਲ ਵੀ ਉੱਠ, ਭਾਵ ਜਦੋਂ ਅੰਤਮ ਸਮਾਂ ਆ ਗਿਆ ਤਦ ਹੀ ਘਰ ਜਾਵੇ। ਫਿਰ ਇਹਨੂੰ ਯਾਦ ਹੁੰਦਾ ਵੀ ਓਹੋ ਨਾਮ ਜਪਣਾ ਸੀ, ਹੁਣ ਨਹੀਂ ਗੱਲ ਬਣਦੀ। ਅਬ ਕੇ ਬੀਜੈ ਜੰਮਣ, ਉਦੋਂ ਰਾਮ ਰਾਮ ਕਿਹਾ ਕਿਸੇ ਕੰਮ ਨਹੀਂ ਆਉਂਦਾ। ਪਹਿਲਾਂ ਤਾਂ ਰਾਮ ਰਹੀਆ ਯਾਦ ਨਹੀਂ ਆਉਂਦਾ, ਜਦੋਂ ਆਉਂਦੇ ਨਾ ਜਾਵੇਂ ਉਹਨਾਂ ਨੇ ਵੇਖ ਕੇ ਪਹਿਲੇ ਲਾ ਚੀਕਾਂ ਮਾਰਨਾ। ਜਿਵੇਂ ਛੋਟਾ ਬੱਚਾ ਡਾਕਟਰ ਕੋਲ ਲੈ ਜਾਓ, ਡਾਕਟਰ ਨੇ ਜੇ ਟੀਕਾ ਨਹੀਂ ਲਾਇਆ ਹੁੰਦਾ ਉਹ ਟੀਕੇ ਨੂੰ ਵੇਖ ਕੇ ਰੋਣ ਲੱਗ ਜਾਂਦਾ। ਜੇ ਉਹਨੂੰ ਪੁੱਛੇ ਭਲਿਆ ਮਾਨਸਾ ਤੈਨੂੰ ਟੀਕਾ ਤਾਂ ਲੱਗੇ ਹੀ ਨਹੀਂ,
ਚਲੋ ਤੈਨੂੰ ਸੂਈ ਚੁੱਭਦੀ ਨਹੀਂ, ਫਿਰ ਤੈਨੂੰ ਦਰਦ ਹੁੰਦੀ, ਫਿਰ ਤੂੰ ਰੋਂਦਾ। ਉਹ ਵੇਖ ਕੇ ਰੋ ਰਿਹਾ ਵੀ ਹਾਏ ਮੈਨੂੰ ਟੀਕਾ ਲੱਗੇਗਾ। ਜਮਾ ਨੂੰ ਵੇਖ ਕੇ ਬੰਦਾ ਚਿੰਗਾੜਾ ਮਾਰ ਦੇਵੇ, ਆ ਗਏ ਵੇ ਅਸਾਂ ਹੁਣ ਮੇਰਾ ਕਟਾਪਾ ਸ਼ੁਰੂ ਹੋ ਜਾਣਾ। ਪਕੜ ਕੇਸ ਜਮ ਉਠਾ ਰਿਓ, ਜਮਾ ਨੇ ਵਾਲਾਂ ਤੋਂ ਫੜ ਕੇ ਉਠਾ ਲਿਆ। ਤਦ ਹੀ ਘਰ ਜਾਵੇ, ਫਿਰ ਇਹਨੂੰ ਯਾਦ ਆਉਂਦਾ ਵੀ ਉਹ ਮੈਂ ਤੇ ਭਜਨ ਬੰਦਗੀ ਕਰਨੀ ਉਹ ਮੈਂ ਕੀਤੀ ਹੀ ਨਹੀਂ, ਇਹ ਹੈ ਘਰ ਜਾਣਾ। ਲੋਭ ਬਿਖਿਆ ਬਿਖੈ ਲਾਗੇ, ਹਰ ਵਿਤ ਚਿਤ ਦੁਖਾਹੀਂ। ਹਿਰ ਵਿਤ ਚਿਤ ਦੁਖਾਹੀਂ। ਮਨੁੱਖ ਜਿਹੜਾ ਲਾਲਚ ਦੇ ਵਿੱਚ ਹੈ, ਬਿਖਿਆ ਮਾਇਆ ਦੇ ਵਿੱਚ ਹੈ, ਬਿਖੈ ਵਿਕਾਰਾਂ ਦੇ ਵਿੱਚ ਹੈ, ਲੱਗਾ ਹੋਇਆ ਹੈ। ਇਹ ਮਾਇਆ ਦੇ ਲੋਭ 'ਚ ਹੈ, ਇਹ ਵਿਸ਼ੇ ਵਿਕਾਰਾਂ 'ਚ ਲੱਗਾ ਹੋਇਆ ਹੈ। ਹਿਰ ਵਿੱਤ, ਇਹ ਲੋਕਾਂ ਦਾ ਵਿੱਤ ਧਨ, ਹਿਰਨ ਦਾ ਚਰਾਉਣਾ, ਇਹ ਲੋਕਾਂ ਦਾ ਧਨ ਚਰਾਉਂਦਾ ਹੈ। ਚਿੱਤ ਦੁਖਾਈ, ਅਤੇ ਲੋਕਾਂ ਦੇ ਮਨ ਨੂੰ ਦੁਖੀ ਕਰਦਾ ਹੈ। ਜੋ ਤੁਹਾਡਾ ਕੋਈ ਨੁਕਸਾਨ ਕਰਦਾ, ਕੁਦਰਤੀ ਗੱਲ ਤੁਹਾਡਾ ਮਨ ਦੁਖੀ ਹੋਵੇਗਾ ਹੀ ਹੋਵੇਗਾ। ਮਨੁੱਖ ਲੋਭ ਲਾਲਚ 'ਚ ਲੱਗਿਆ ਹੋਇਆ, ਵਿਸ਼ੇ ਵਿਕਾਰਾਂ 'ਚ ਲੱਗਿਆ ਹੋਇਆ, ਚੋਰੀਆਂ ਕਰਨ 'ਤੇ ਲੱਗਿਆ ਹੋਇਆ। ਲੋਕਾਂ ਦੇ ਚਿੱਤ ਦੁਖਾਹੀਂ, ਇਹ ਲੋਕਾਂ ਦੇ ਚਿੱਤ ਨੂੰ ਦੁਖੀ ਕਰਦੇ ਹਨ। ਖਿਨ ਭੰਗਣਾ ਕੈ ਮਾਨ ਮਾਤੇ, ਅਸੁਰ ਜਾਣੇ ਨਹੀਂ। ਖਿਨ ਭੰਗਣਾ ਦੇ ਥੋੜ੍ਹੀ ਦੇਰ ਲਈ। ਇਹ ਜਿਹੜਾ ਮਾਇਆ ਦਾ ਹੰਕਾਰ ਹੈ, ਵਿਸ਼ੇ ਵਿਕਾਰਾਂ ਦਾ ਮਾਨ ਹੰਕਾਰ ਹੈ, ਮਨੁੱਖ ਇਹਦੇ ਵਿੱਚ ਹੀ ਮਸਤ ਹੈ। ਹਾਲਾਂਕਿ ਥੋੜ੍ਹੀ ਦੇਰ ਦਾ ਸਵਾਦ ਹੈ। ਅਸੁਰ, ਸੁਰ ਹੁੰਦਾ ਦੇਵਤਾ, ਅਸੁਰ ਹੁੰਦਾ ਰਾਖਸ਼। ਰਾਖਸ਼ ਬਿਰਤੀ ਵਾਲੇ ਲੋਕ ਜਾਣੇ ਨਹੀਂ, ਉਹਨਾਂ ਨੂੰ ਗਿਆਨ ਹੀ ਨਹੀਂ ਕਿ ਜਿਸ ਕੰਮ ਵਿੱਚ ਤੁਸੀਂ ਲੱਗੇ ਹੋਏ ਤਾਂ ਇਹ ਬਹੁਤੀ ਦੇਰ ਨਹੀਂ ਰਹਿਣਾ। ਇਹ ਬਹੁਤੀ ਦੇਰ ਨਹੀਂ ਰਹਿਣਾ, ਇਹ ਥੋੜ ਚਿਰਾ ਹੈ ਜਿਸ 'ਤੇ ਤੁਸੀਂ ਲੱਗੇ ਹੋਏ ਆ। ਇਹ ਤੁਸੀਂ ਨਾਸ਼ਵਨ ਚੀਜ਼ਾਂ 'ਚ ਲੱਗੇ ਹੋਏ ਹੋ। ਪਰ ਇਹ ਜਿਹੜਾ ਇਹਨੂੰ ਅਸੁਰ ਹੈ, ਇਹ ਰਾਖਸ਼ ਬਿਰਤੀ ਦਾ ਹੈ, ਇਹ ਪੁੱਠੇ ਕੰਮ ਕਰਨ 'ਤੇ ਲੱਗਾ ਹੋਇਆ ਹੈ, ਇਹਨੂੰ ਸੋਝੀ ਹੀ ਨਹੀਂ ਹੈ। ਰਹਾਓ ਵੇਦ ਸ਼ਾਸਤਰ ਜਨ ਪੁਕਾਰੇ, ਸੁਣੇ ਨਾਹੀ ਡੋਰਾ। ਡੋਰਾ ਹੁੰਦਾ ਭੋਲਾ। ਵੇਦ ਸ਼ਾਸਤਰ ਜਨ ਹੁੰਦਾ ਭਗਤ। ਇਹ ਪੁਕਾਰ ਪੁਕਾਰ ਕੇ ਕਹਿ ਰਹੇ ਨੇ, ਸੁਣੇ ਨਾਹੀ ਡੋਰਾ, ਪਰ ਭੋਲਾ ਉਹਨਾਂ ਦੀ ਗੱਲ ਹੀ ਨਹੀਂ ਸੁਣਦਾ ਹੈ। ਜਿਵੇਂ ਕੋਈ ਕਿਸੇ ਦੀ ਗੱਲ ਵੱਲ ਧਿਆਨ ਨਾ ਦੇਣ ਲੱਗਾ, ਤੂੰ ਭੋਲਾ ਤੈਨੂੰ ਸੁਣਦਾ ਨਹੀਂ। ਭੋਲਾ ਨਹੀਂ, ਉਹ ਧਿਆਨ ਹੀ ਨਹੀਂ ਦੇ ਰਿਹਾ, ਇਸ ਲਈ ਕਿਤੇ ਭੋਲਾ ਹੈ। ਇਹ ਵੇਦਾਂ ਸ਼ਾਸਤਰਾਂ ਭਗਤ ਜਿਹੜੇ ਪੁਕਾਰ ਪੁਕਾਰ ਕੇ ਕਹਿ ਰਹੇ ਗੱਲਾਂ, ਉਹਨਾਂ ਨੂੰ ਸੁਣਦਾ ਹੀ ਨਹੀਂ ਹੈ। ਨਿਪਟ ਬਾਜ਼ੀ ਹਾਰ ਮੁਕਾ, ਪਛਤਾਇਓ ਮਨ ਭੋਰਾ। ਨਿਪਟ ਜੀਵਨ, ਨਿਪਟ ਬਾਜ਼ੀ ਜੀਵਨ ਦੀ ਬਾਜ਼ੀ, ਹਾਰ ਮੁਕਾ, ਮੁਕਾ ਮਾਨੇ ਕੇ, ਹਾਰ ਕੇ। ਜੀਵਨ ਦੀ ਬਾਜ਼ੀ ਨੂੰ ਹਾਰ ਕੇ ਫਿਰ ਪਛਤਾਉਂਦਾ ਹੈ। ਭੋਰਾ ਮਾਨੇ ਮੂਰਖ। ਇਹ ਮੂਰਖ ਜੀਵਨ ਦੀ ਬਾਜ਼ੀ ਮਾੜੇ ਕੰਮਾਂ 'ਚ ਹਾਰ ਦਿੰਦਾ, ਫਿਰ ਪਛਤਾਉਂਦਾ ਹੈ। ਜੀਵਨ ਦੀ ਬਾਜ਼ੀ ਉਹੀ ਜਿੱਤਦੇ ਜਿਹੜੇ ਸ਼ੁਭ ਕਰਮ ਕਰਦੇ ਨੇ ਅਤੇ ਨਾਮ ਜਪਦੇ ਨੇ। ਉਹ ਜੀਵਨ ਦੀ ਬਾਜ਼ੀ ਜਿੱਤ ਕੇ ਜਾਂਦੇ ਨੇ, ਬਾਕੀ ਫਿਰ ਸਾਰੇ ਜੀਵਨ ਦੀ ਬਾਜ਼ੀ ਹਾਰ ਕੇ ਜਾਂਦੇ ਹਨ। ਫਿਰ ਜਮਾਂ ਦੇ ਵਸ ਪੈਂਦੇ ਨੇ, ਫਿਰ ਪਛਤਾਉਂਦੇ ਨੇ। ਡਾਣ ਸਗਲ ਗੈਰ ਵਜ੍ਹਾ, ਇਹਨੂੰ ਵਜ੍ਹਾ ਨਹੀਂ ਪੜ੍ਹਨਾ, ਇਹ ਫਾਰਸੀ ਦਾ ਸ਼ਬਦ ਹੈ ਵਜ੍ਹਾ, ਬਿਨਾਂ ਕਿਸੇ ਕਾਰਨ। ਅਲਾ ਕਹਿੰਦਾ ਲੜਾਈ ਝਗੜੇ ਦੀ ਕੀ ਵਜ੍ਹਾ ਹੈ ਬਈ, ਵੀ ਕੀ ਕਾਰਨ ਹੈ। ਇਹ ਫਾਰਸੀ ਦਾ ਸ਼ਬਦ ਹੈ, ਇਹਨੂੰ ਵਜ੍ਹਾ ਹਿੰਦੀ ਤਰ੍ਹਾਂ ਨਹੀਂ ਪੜ੍ਹਨਾ। ਗੈਰ ਵਜ੍ਹਾ ਵੀ ਬਿਨਾਂ ਕਿਸੇ ਕਾਰਨ ਦੇ, ਵਿਅਰਥ। ਡਾਣ ਦਾ ਡੰਨ ਸਜ਼ਾ। ਡਾਣ ਸਗਲ ਗੈਰ ਵਜ੍ਹਾ ਭਰਿਆ, ਦੀਵਾਨ ਲੇਖੈ ਨਾ ਭਰਿਆ। ਦੀਵਾਨ ਦਾ ਪਰਮਾਤਮਾ। ਇਹ ਕਹਿੰਦੇ ਫਜ਼ੂਲ ਦੇ ਕੰਮ ਕਰਦੇ ਹੀ ਸਜ਼ਾ ਭੋਗਦਾ ਰਹਿੰਦਾ।
ਡਨ ਸਜ਼ਾ ਨੂੰ ਕਹਿੰਦੇ। ਗੈਰ ਵਜ੍ਹਾ ਫਜ਼ੂਲ ਦੇ ਕੰਮ ਕਰਕੇ ਦੁੱਖ ਭੋਗਦਾ ਰਹਿੰਦਾ ਹੈ। ਦੀਵਾਨ ਲੇਖਾ ਨਾ ਭਰਿਆ ਅਤੇ ਪਰਮਾਤਮਾ ਦੇ ਲੇਖੇ 'ਚ ਵੀ ਨਹੀਂ ਆਉਂਦਾ ਹੈ। ਪਾਪ ਪਰਮਾਤਮਾ ਦੀ ਨਜ਼ਰਾਂ 'ਚ ਪ੍ਰਵਾਨ ਨਹੀਂ ਹੁੰਦਾ ਹੈ। ਜਿਹੇ ਕਾਰਜ ਰਹਿ ਓਲਾ, ਇਹ ਲੱਲੇ ਦੇ ਪੈਰ 'ਚ ਟੇਢੀ ਲਾਈਨ ਲੱਗੀ ਹੋਈ ਹੈ। ਇਹ ਅੱਧੇ ਹਾਹੇ ਦਾ ਕੰਮ ਕਰਦੀ ਹੈ। ਸੰਸਕ੍ਰਿਤ ਦਾ ਜੇ ਸ਼ਬਦ ਹੁੰਦਾ ਫਿਰ ਇਹ ਜਿਹੜੀ ਟੇਢੀ ਲਾਈਨ ਇਹਨੂੰ ਕਹਿੰਦੇ ਹਲੰਤ। ਸੰਸਕ੍ਰਿਤ ਇਹਨੂੰ ਹਲੰਤ ਕਹਿੰਦੇ ਨੇ, ਕਿਸੇ ਅੱਖਰ ਨੂੰ ਅੱਧਾ ਬਣਾਉਣ ਲਈ। ਕਿਉਂਕਿ ਹਿੰਦੀ ਦੇ ਵਿੱਚ ਅਖੀਰਲਾ ਅੱਖਰ ਅੱਧਾ ਨਹੀਂ ਪੈਂਦਾ, ਪਹਿਲਾ ਅੱਖਰ ਅੱਧਾ ਪੈਂਦਾ ਕਈ ਥਾਵਾਂ 'ਤੇ। ਅਖੀਰਲਾ ਅੱਖਰ ਹਿੰਦੀ 'ਚ ਅੱਧਾ ਨਹੀਂ ਪੈਂਦਾ। ਉਹਨੂੰ ਅੱਧਾ ਕਰਨ ਲਈ ਫਿਰ ਉਹਦੇ ਹੇਠਾਂ ਹਲੰਤ ਲਾਉਂਦੇ। ਕਈ ਵਾਰੀ ਲਿਖਿਆ ਜਾਂਦਾ ਸਵਾਗਤਮ, ਕਈ ਗੇਟ ਬਣਾਏ ਉਸ 'ਤੇ ਲਿਖਿਆ ਸਵਾਗਤਮ। ਨੋਟ ਕਰ ਜਿਹੜਾ ਅਖੀਰਲਾ ਮੰਮਾ ਉਹਦੇ ਹੇਠਾਂ ਹਲੰਤ ਲੱਗੀ ਤੇ ਵੀ ਮੰਮਾ ਸਵਾਗਤਮ ਨਹੀਂ ਬੋਲਣਾ, ਸਵਾਗਤਮ ਕਿਸ ਤਰ੍ਹਾਂ ਬੋਲਣਾ, ਕਿਉਂਕਿ ਹਿੰਦੀ 'ਚ ਅਖੀਰਲਾ ਅੱਖਰ ਅੱਧਾ ਨਹੀਂ ਪੈਂਦਾ, ਇਸ ਲਈ ਉਹਦੇ ਹੇਠਾਂ ਹਲੰਤ ਲਾਈ ਜਾਂਦੀ ਹੈ। ਗੁਰਬਾਣੀ ਵਿੱਚ ਜਿੱਥੇ ਇਹ ਲੱਗੀ ਹੋਈ ਹੈ ਉਹ ਅੱਧੇ ਹਾਹੇ ਦਾ ਕੰਮ ਕਰਦੀ ਹੈ। ਜਿਹੇ ਕਾਰਜ ਰਹਿ ਓਲਾ, ਸੋਏ ਕੰਮ ਨਾ ਕਰ। ਕਹਿੰਦਾ ਜਿਸ ਕਾਰਨ ਨਾਲ ਤੇਰਾ ਪਰਦਾ ਰਹਿਣਾ ਸੀ, ਭਾਵ ਤੇਰੀ ਇੱਜ਼ਤ ਰਹਿਣੀ ਸੀ, ਤੂੰ ਉਹ ਕੰਮ ਹੀ ਨਹੀਂ ਕੀਤਾ। ਜਿਸ ਕੰਮ ਨਾਲ ਤੇਰੀ ਇੱਜ਼ਤ ਹੋਣੀ ਸੀ ਉਹ 'ਤੇ ਤੂੰ ਕੰਮ ਹੀ ਨਹੀਂ ਕੀਤਾ। ਐਸੋ ਜਗ ਮੋਹੇ ਗੁਰੇ ਦਿਖਾਇਓ, ਤੋ ਏਕ ਕੀਰਤ ਗਾਇਆ। ਸੰਸਾਰ ਦੀ ਹਾਲਤ ਮੈਨੂੰ ਮੋਹੇ ਮੈਨੂੰ। ਜਦੋਂ ਮੋਹ ਹੋਵੇ, ਅਰਥ ਭਾਵ ਮੋਹ ਹੋਵੇ, ਉਦੋਂ ਹਾਹੇ ਨੂੰ ਸਿਆਰੀ ਨਹੀਂ ਬੋਲਣੀ, ਉਦੋਂ ਮੋਹ ਪੜਦਾ ਹੈ। ਜਦੋਂ ਹੋਏ ਮੋਹੇ ਮੈਨੂੰ, ਉਦੋਂ ਫਿਰ ਮੋਹੇ ਪੜਨਾ। ਜਿੱਥੇ ਮੋਹ ਪਿਆਰ ਆ ਜਾਏਗਾ ਉੱਥੇ ਉਹਨੂੰ ਮੋਹ ਪੜਨਾ ਹੈ। ਜਿੱਥੇ ਮੈਂ ਜਾਂ ਮੈਨੂੰ ਆਵੇਗਾ ਉੱਥੇ ਮੋਹੇ ਪੜਨਾ ਹੈ। ਐਸਾ ਜਗ ਮੋਹੇ ਗੁਰੇ ਗੁਰ ਦਿਖਾਇਓ। ਗੁਰੂ ਨੇ ਮੈਨੂੰ ਸੰਸਾਰ ਦੀ ਇਹ ਹਾਲਤ ਵਿਖਾਈ ਹੈ, ਉੱਪਰਲੀ ਜਿਹੜੀ ਆਈ ਹੈ। ਤਾਂ ਉਹ ਏਕ ਕੀਰਤ ਗਾਇਆ। ਫਿਰ ਮੈਂ ਇੱਕ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਸ਼ੁਰੂ ਕਰਤੀ। ਗਿਆਨ ਹੋ ਗਿਆ ਨਾ, ਫਿਰ ਸਿਫਤ ਸਲਾਹ ਕਰਨੀ ਸ਼ੁਰੂ ਕਰਤੀ। ਮਾਨ ਤਾਨ ਤਾਜ ਸਿਆਣਪ ਸ਼ਰਨ ਨਾਨਕ ਆਇਆ। ਆਪਣਾ ਹੰਕਾਰ ਛੱਡ ਕੇ, ਤਾਨ ਆਪਣੀ ਤਾਕਤ ਛੱਡ ਕੇ, ਤਾਜ ਹੁੰਦਾ ਛੱਡ ਕੇ, ਆਪਣੀ ਸਿਆਣਪ ਛੱਡ ਕੇ, ਸ਼ਰਨ ਨਾਨਕ ਆਇਆ। ਕਹਿੰਦੇ ਮੈਂ ਪਰਮਾਤਮਾ ਦੀ ਸ਼ਰਨ 'ਚ ਆ ਗਿਆ। ਹੰਕਾਰ ਛੱਡਣਾ ਹੈ, ਸਰੀਰ ਦਾ ਤਾਣ ਛੱਡਣਾ ਹੈ, ਆਪਣੀ ਸਿਆਣਪ ਛੱਡਣੀ। ਅਸੀਂ ਆਪਣੀ ਜਦੋਂ ਸਿਆਣਪ ਛੱਡਾਂਗੇ ਫਿਰ ਕਿਹਦੀ ਸਿਆਣਪ ਗ੍ਰਹਿਣ ਕਰਾਂਗੇ? ਗੁਰੂ ਦੀ। ਆਪਣੀ ਸਿਆਣਪ ਗਲਤੀਆਂ ਕਰਵਾਉਂਦੀ ਹੈ। ਗੁਰੂ ਦੀ ਜਿਹੜੀ ਸਿਆਣਪ ਹੈ ਉਹ ਸਾਨੂੰ ਰੱਬ ਨਾਲ ਮਿਲਾਉਂਦੀ ਹੈ। ਇਸ ਲਈ ਜਿਹੜੀ ਗੁਰਬਾਣੀ ਹੈ ਇਹ ਸਮਝੋ ਗੁਰੂ ਦੀ ਸਿਆਣਪ ਹੈ। ਅਸੀਂ ਇਹਦੇ ਅਨੁਸਾਰ ਕਰਮ ਕਰਨੇ, ਆਪਣੀ ਮਰਜ਼ੀ ਨਾਲ ਨਹੀਂ ਕਰਨਾ। ਅੱਗੇ ਕਹਿੰਦੇ ਆਸਾ ਮਹਿਲਾ ਪੰਜਵਾਂ। ਵਪਾਰ ਗੋਬਿੰਦ ਨਾਏ। ਨਾਏ ਫਾਰਸੀ ਦਾ ਸ਼ਬਦ ਹੈ, ਨਾਏ ਪੰਜਾਬੀ ਦਾ ਸ਼ਬਦ ਹੈ। ਅਰਥ ਹੈ ਨਾਮ। ਨਾਏ ਬੋਲੋਗੇ ਫਾਰਸੀ ਦਾ ਹੈ, ਬਿੰਦੀ ਲਾ ਕੇ ਨਾਏ ਬੋਲੋਗੇ ਪੰਜਾਬੀ ਦਾ ਹੈ। ਅਰਥ ਹੈ ਨਾਮ। ਵਪਾਰ ਗੋਬਿੰਦ ਨਾਏ, ਪਰਮਾਤਮਾ ਦੇ ਨਾਮ ਦਾ ਵਪਾਰ ਕਰਨਾ ਚਾਹੀਦਾ। ਵਪਾਰ ਵਿੱਚ ਚੀਜ਼ ਖਰੀਦੀ ਵੀ ਜਾਂਦੀ ਹੈ ਅਤੇ ਵੇਚੀ ਵੀ ਜਾਂਦੀ ਹੈ। ਦੁਕਾਨਦਾਰ ਵਪਾਰੀ ਨੇ, ਉਹ ਮਾਲ ਖਰੀਦਦੇ ਨੇ ਅੱਗੇ ਵੇਚਦੇ ਨੇ। ਅਸੀਂ ਵਪਾਰੀ ਨਹੀਂ, ਅਸੀਂ ਤਾਂ ਖਰੀਦ ਕੇ ਵਰਤਦੇ ਹਾਂ। ਉਹ ਵਪਾਰੀ ਨਾਮ ਦਾ ਵਪਾਰ ਕਰਨਾ ਹੈ, ਭਾਵ ਆਪ ਵੀ ਜਪਣਾ ਹੈ, ਦੂਜਿਆਂ ਤੋਂ ਵੀ ਜਪਵਾਉਣਾ ਹੈ। ਆਪ ਜਪੈ
ਅਵਰ ਹੈ ਨਾਮ ਜਪੈ। ਇਹ ਨਾਮ ਦਾ ਵਪਾਰ, ਪਰਮਾਤਮਾ ਦੇ ਨਾਮ ਦਾ ਵਪਾਰ ਕਰਨਾ ਹੈ। ਸਾਧ ਸੰਤ ਮਨਾਏ, ਪ੍ਰਿਯ ਪਾਏ, ਗੁਣ ਗਾਏ, ਪੰਚ ਨਾਦ ਤੂਰ ਬਜਾਏ। ਸਾਧ ਸੰਤ ਮਨਾਏ, ਜਿਹੜਾ ਸਾਧੂਆਂ ਸੰਤਾਂ ਨੂੰ ਖੁਸ਼ ਕਰ ਲੈਂਦਾ ਹੈ, ਪ੍ਰਿਯ ਪਾਏ, ਉਹਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਗੁਣ ਗਾਏ, ਉਹ ਪਰਮਾਤਮਾ ਦੇ ਗੁਣ ਗਾਉਂਦਾ ਹੈ। ਪੰਚ ਨਾਦ ਤੂਰ, ਇਹਨੂੰ ਕਹਿੰਦੇ ਅਨਹਦ ਨਾਦ। ਸਾਡੇ ਅੰਦਰ ਆਰਕੈਸਟਰਾ ਵੱਜਦਾ ਰਹਿੰਦਾ ਹੈ, ਕਈ ਪ੍ਰਕਾਰ ਦਾ ਰੱਬੀ ਸੰਗੀਤ ਹੁੰਦਾ ਰਹਿੰਦਾ। ਉਹ ਆਪਣੇ ਆਪ ਵੱਜਦਾ ਹੈ, ਉਹਨੂੰ ਕੋਈ ਵਜਾਉਂਦਾ ਨਹੀਂ ਹੈ। ਸੰਸਾਰਿਕ ਸਾਜ਼ ਵਜਾਏ ਜਾਂਦੇ ਹਨ, ਉਹ ਆਪਣੇ ਆਪ ਵੱਜਦੇ ਹਨ। ਕਈ ਵਾਰੀ 5 ਪ੍ਰਕਾਰ ਦੀਆਂ ਧੁਨਾਂ ਸੁਣਾਈ ਦਿੰਦੀਆਂ ਹਨ, ਉਹਨੂੰ ਕਹਿੰਦੇ ਪੰਚ ਨਾਦ। ਸਾਰੇ ਨੂੰ ਕਹਿੰਦੇ ਅਨਹਦ ਨਾਦ। ਅੰਦਰ ਫਿਰ ਅਨਹਦ ਨਾਦ ਵੱਜਣ ਲੱਗ ਜਾਂਦਾ, ਰੱਬੀ ਸੰਗੀਤ ਵੱਜਣ ਲੱਗ ਜਾਂਦਾ। ਜਿਹਨੂੰ ਉਹ ਸੰਗੀਤ ਸੁਣਨ ਲੱਗ ਜਾਂਦਾ ਹੈ, ਧਰਮ ਕਹਿੰਦਾ ਉਹਨੂੰ ਬਾਹਰਲਾ ਸੰਗੀਤ ਚੰਗਾ ਹੀ ਨਹੀਂ ਲੱਗਦਾ, ਉਹ ਬਾਹਰਲਾ ਉਹਨੂੰ ਫਿੱਕਾ ਲੱਗਦਾ, ਕਿਉਂਕਿ ਅੰਦਰ ਕੀਰਤਨ ਹੋ ਰਿਹਾ ਲਗਾਤਾਰ। ਮੰਨ ਲਓ ਮੈਂ ਬੋਲ ਰਿਹਾ, ਤੁਸੀਂ ਚੁੱਪ ਹੋ, ਮੇਰੀ ਗੱਲ ਤੁਹਾਨੂੰ ਸੁਣੇਗੀ। ਜੇ ਤੁਸੀਂ ਵੀ ਸਾਰੇ ਆਪਸ ਵਿੱਚ ਗੱਲਾਂ ਕਰਨ ਲੱਗ ਜਾਓ, ਮੇਰੀ ਗੱਲ ਨਹੀਂ ਸੁਣੇਗੀ। ਸਾਨੂੰ ਜਿਹੜਾ ਅੰਦਰ ਸੰਗੀਤ ਵੱਜ ਰਿਹਾ ਹੈ, ਅੰਦਰ ਕੀਰਤਨ ਹੋ ਰਿਹਾ ਹੈ, ਉਹ ਸਾਨੂੰ ਕਿਉਂ ਨਹੀਂ ਸੁਣਦਾ? ਸਾਡੇ ਆਪਣੇ ਮਨ ਦਾ ਰੋਲ ਘਚੋਲਾ ਹੈ, ਇਹ ਮਨ ਟਿਕਦਾ ਹੀ ਨਹੀਂ ਹੈ। ਇਹ ਜਿਵੇਂ ਕੋਈ ਬੱਚਾ ਇੱਥੇ ਟੱਪੀ ਜਾਵੇ, ਰੌਲਾ ਪਾਈ ਜਾਵੇ। ਬੱਚੇ ਜਿਹੜੇ ਨੇ, ਜਿਹੜੇ ਛੋਟੇ ਬੱਚੇ, ਉਹਨਾਂ ਕਦੇ ਸਤਸੰਗ 'ਚ ਨਹੀਂ ਲਿਆਉਣਾ ਚਾਹੀਦਾ। ਮਾਵਾਂ ਨੂੰ ਮੋਹ ਹੁੰਦਾ ਹੈ, ਬੱਚਾ ਕੁਛੜ, ਉਹ ਨੱਚਣਾ ਟੱਪਣਾ ਚਾਹੁੰਦਾ ਗੁਰਦੁਆਰੇ, ਮਾਂ ਨੂੰ ਖਿੱਚ ਕੇ ਰੱਖਦੀ ਹੈ, ਪਰ ਮੋਹ ਕਰਕੇ ਉਹਨੂੰ ਛੱਡ ਦਿੰਦੀ ਹੈ। ਇਹ ਨਹੀਂ ਕਿ ਬੱਚਾ ਤਗੜਾ ਮਾਂ ਤੋਂ, ਨੋ, ਮਾਂ ਨੂੰ ਛੱਡ ਦਿਓ, ਉਹ ਫਿਰ ਨੱਚਣ ਟੱਪਣ ਲੱਗ ਜਾਂਦਾ ਹੈ। ਫਿਰ ਜਦੋਂ ਦੂਜੇ ਸੰਗੀ ਵੇਖ ਲੈਂਦੇ, ਫਿਰ ਫੜਦੀ ਹੈ, ਉਹ ਫਿਰ ਆਪਣੇ ਆਪ ਨੂੰ ਛਡਾਉਂਦਾ ਹੈ। ਇਹ ਨਹੀਂ ਕਿ ਬੱਚਾ ਮਾਂ ਤੋਂ ਤਗੜਾ ਹੈ ਵੀ ਧੱਕੇ ਵਿੱਚ ਹੱਥਾਂ ਨਿਕਲਣਾ, ਉਹ ਮੋਹ ਜਾ ਕੇ ਉਹਨੂੰ ਫਿਰ ਛੱਡ ਦਿੰਦੀ ਹੈ। ਉਹਨੂੰ ਗਿਆਨ ਹੀ ਨਹੀਂ ਕਿ ਗੁਰਦੁਆਰਾ ਹੈ, ਇਹ ਪਲੇਗਰਾਊਂਡ ਨਹੀਂ ਹੈ। ਸਾਨੂੰ ਗਿਆਨ ਹੋਣਾ ਚਾਹੀਦਾ ਅਸੀਂ ਕਿੱਥੇ ਬੈਠੇ। ਹੁਣ ਮੜੀਆਂ ਜਾ ਕੋਈ ਹੱਸੇ ਤਾਂ ਲੋਕ ਉਹਨੂੰ ਮੂਰਖ ਕਹਿਣਗੇ ਵੀ ਮੜੀਆਂ ਕੋਈ ਹੱਸਣ ਵਾਲੀ ਥਾਂ ਹੈ। ਅਤੇ ਵਿਆਹ 'ਚ ਜੇ ਕੋਈ ਰੋਵੇ ਤਾਂ ਵਾਲੇ ਕਹਿੰਦੇ ਵਿਆਹ 'ਚ ਕੋਈ ਰੋਣ ਵਾਲੀ ਗੱਲ ਹੁੰਦੀ ਹੈ। ਥਾਂ ਵੇਖਣਾ ਚਾਹੀਦਾ ਕਿ ਅਸੀਂ ਕਿੱਥੇ ਬੈਠੇ। ਗੁਰਦੁਆਰੇ ਦੀ ਗੱਲਾਂ ਨਹੀਂ ਕੀਤੀਆਂ ਜਾਂਦੀਆਂ, ਗੁਰਦੁਆਰੇ ਬੱਚਿਆਂ ਨੂੰ ਟੱਪੜ ਨਹੀਂ ਲਾਇਆ ਜਾਂਦਾ ਹੁੰਦਾ, ਦੂਜੇ ਡਿਸਟਰਬ ਹੁੰਦੇ। ਤੁਸੀਂ ਆਏ ਹੋ, ਆਪਣੀ ਹਾਜ਼ਰੀ ਲਵਾਉਣ ਆਏ ਹੋ, ਤੁਹਾਨੂੰ ਪਤਾ ਮੇਰਾ ਬੱਚਾ ਨਹੀਂ ਟਿਕਦਾ, ਉਹਨੂੰ ਬਾਹਰ ਲੈ ਕੇ ਬਹਿ ਜਾਓ। ਬਸ ਸਾਡੇ ਬਰਾਂਡਾ ਬਣਿਆ ਹੋਇਆ, ਪੱਖੇ ਚੱਲਦੇ, ਉੱਥੇ ਬਹਿ ਜਾਓ ਤੁਸੀਂ, ਤਾਂ ਜੋ ਦੂਜੇ ਡਿਸਟਰਬ ਨਾ ਹੋਣ ਤੁਹਾਡੇ ਬੱਚੇ ਕਾਰਨ। ਸਮਝਾਉਣਾ ਹੈ ਬੱਚੇ ਨੂੰ ਪਹਿਲਾਂ। ਤੇ ਛੋਟੇ ਬੱਚੇ ਕਈ ਵਾਰੀ ਇਸ ਲਈ ਲਿਆਉਣੇ ਪੈਂਦੇ ਮਾਵਾਂ ਨੂੰ ਕਿ ਘਰ ਸਾਂਭਣ ਵਾਲਾ ਕੋਈ ਨਹੀਂ ਹੁੰਦਾ, ਘਰ ਸਾਂਭਣ ਵਾਲਾ ਕੋਈ, ਉਹਨਾਂ ਵਿਚਾਰੇ ਨੂੰ ਮਜਬੂਰੀ ਨਾਲ ਲਿਆਉਣਾ ਪੈਂਦਾ। ਉਹਨਾਂ ਦਾ ਫਰਜ਼ ਬਣਦਾ ਮੱਥਾ ਟੇਕੋ, ਬਾਹਰ ਜਾ ਕੇ ਬਹਿ ਜਾਓ, ਦੂਜਿਆਂ ਨੂੰ ਡਿਸਟਰਬ ਨਹੀਂ ਕਰਨਾ। ਸਾਨੂੰ ਚੱਜ ਆਚਾਰ ਆਉਣੇ ਚਾਹੀਦੇ ਜ਼ਿੰਦਗੀ 'ਚ। ਜ਼ਿੰਦਗੀ ਚੱਜ ਆਚਾਰ ਸਿੱਖਣੇ ਹੁੰਦੇ। ਮੇਰੀ ਗੁੱਡ ਲੱਕ ਹੈ ਕਿ ਮੈਂ ਇੱਕ ਬਹੁਤ ਵਧੀਆ ਇਨਸਾਨ ਦੇ ਕੋਲ ਰਿਹਾ, ਆਪਣੇ ਭਰਾ ਕੋਲ। ਉਹਨੇ ਮੇਰੀ ਛੋਟੀ ਉਮਰ 'ਚ ਚੱਜ ਆਚਾਰ ਸਿਖਾਉਣੇ ਸ਼ੁਰੂ ਕਰਤੇ। ਕਾਕਾ, ਆਪਣੇ ਤੋਂ ਵੱਡੇ ਦੇ ਸੱਜੇ ਪਾਸੇ ਨਹੀਂ ਤੁਰੀਦਾ, ਖੱਬੇ ਪਾਸੇ ਤੁਰੀਦਾ, ਉਸ ਤੋਂ ਅੱਗੇ ਨਹੀਂ ਤੁਰੀਦਾ, ਉਹਦੇ ਬਰਾਬਰ ਨਹੀਂ ਤੁਰੀਦਾ, ਉਸ ਤੋਂ 6 ਇੰਚ ਪਿੱਛੇ ਤੁਰੀਦਾ ਹੈ। ਵੱਡੇ ਦਾ ਸਤਿਕਾਰ ਕਰਨਾ ਹੁੰਦਾ ਹੈ। ਵੱਡਾ ਅਗਰ ਝਿੜਕਦਾ ਹੈ, ਤੁਹਾਨੂੰ ਪਤਾ ਲੱਗ ਗਿਆ ਕਿ ਮੈਨੂੰ ਨਜਾਇਜ਼ ਝਿੜਕਦਾ, ਫਿਰ ਵੀ ਚੁੱਪ ਰਹਿਣਾ ਹੈ, ਫਿਰ ਵੀ ਚੁੱਪ ਰਹਿਣਾ।
ਅੱਗੇ ਨਹੀਂ ਬੋਲੀ ਜਾਂਦਾ। ਖਾਣ ਪੀਣ ਬਾਰੇ ਦੱਸਣਾ ਇੱਥੋਂ ਤੱਕ ਕਿ ਉਹ ਕਹਿੰਦਾ ਵੀ ਦੇਖੋ ਅੱਕਾ ਤੂੰ ਕਿਸੇ ਦੇ ਘਰ ਗਿਆ ਰੋਟੀ ਪਾਣੀ ਖਾਣ, ਜੇ ਤਾਂ ਉਹਨੇ ਤੈਨੂੰ ਰੰਗਦਾਰ ਤੌਲੀਆ ਦਿੱਤਾ ਹੈ ਤੂੰ ਚੰਗੀ ਤਰ੍ਹਾਂ ਆਪਣੇ ਹੱਥ ਉਹਦੇ ਨਾਲ ਪੂੰਝ ਸਕਦਾ ਹੈ, ਕਿਉਂਕਿ ਉਹਨੂੰ ਤੇਰੇ ਹੱਥਾਂ ਦੀ ਮੈਲ ਦਿਸੇਗੀ ਨਹੀਂ। ਤੈਨੂੰ ਕੋਈ ਚਿੱਟਾ ਤੌਲੀਆ ਦਿੰਦਾ ਹੱਥ ਪੂੰਝਣ ਲਈ, ਤੂੰ ਉਹਦੇ ਹੱਥ ਪੂੰਝਣੇ ਨਹੀਂ, ਹੱਥ ਸੁਕਾਣੇ ਨੇ ਉਸੇ ਐ ਲਾ ਲਾ ਕੇ, ਤਾਂ ਜੋ ਉਹਨਾਂ ਦਾ ਚਿੱਟਾ ਤੌਲੀਆ ਮੈਲਾ ਨਾ ਹੋ ਜਾਵੇ। ਕਦੇ ਕਿਹਾ ਯਾਰ ਗੰਦੇ ਹੱਥਾਂ ਤੋਂ ਮੈਲਾ ਕਰਤਾ। 6ਵੀਂ 7ਵੀਂ ਦੇ ਵਿੱਚ ਮੈਨੂੰ ਇਹ ਗੱਲਾਂ ਉਹਨੇ ਸਮਝਾਈਆਂ ਸਨ। ਕਈ ਵਾਰੀ ਛੋਟੀ ਉਮਰ 'ਚ ਜਦ ਗੱਲ ਕਹੀ ਬੜੀ ਬੜੀ ਸਮਾਂ ਯਾਦ ਰਹਿੰਦੀ ਹੈ, ਸਮਝਾਉਂਦੇ ਰਹਿੰਦੇ ਸਨ ਵੀ ਇਸ ਤਰ੍ਹਾਂ ਜ਼ਿੰਦਗੀ ਜਿਉਣੀ ਹੈ। ਸੋ ਇਹ ਵੀ ਗੁੱਡ ਲੱਕ ਹੁੰਦੀ ਹੈ ਕਿ ਛੋਟੀ ਉਮਰ ਦੇ ਵਿੱਚ ਹੀ ਚੱਜ ਅਚਾਰ ਆ ਜਾਂਦੇ ਵੀ ਜ਼ਿੰਦਗੀ ਜਿਉਣੀ ਕਿਵੇਂ ਹੈ। ਸੋ ਗੁਰੂ ਮਹਾਰਾਜ ਕਹਿੰਦੇ ਅੰਦਰ ਅਨਹਦ ਨਾਦ ਵੱਜਣ ਲੱਗ ਜਾਂਦੇ ਰਹਾ। ਕਿਰਪਾ ਪਾਏ ਸਹਜਾਏ ਦਰਸਾਏ ਅਬ ਰਾਤਿਆ ਗੋਬਿੰਦ ਸਿਉ। ਜਦੋਂ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ, ਸਹਜਾਏ ਸਹਿਜ ਅਵਸਥਾ ਪ੍ਰਾਪਤ ਹੋ ਜਾਂਦੀ। ਸਹਿਜ ਅਵਸਥਾ ਉਹ ਅਵਸਥਾ ਹੈ ਦੁੱਖ ਆਓ ਸੁੱਖ ਆਓ ਖੁਸ਼ੀ ਆਓ ਗਮੀ ਆਓ ਘਾਟਾ ਪਾਓ ਵਾਧਾ ਪਾਓ ਇੱਕ ਸਾਰ ਬੰਦਾ ਰਹਿੰਦਾ ਹੈ, ਉਹ ਡੋਲਦਾ ਨਹੀਂ ਹੈਗਾ। ਸਹਿਜ ਅਵਸਥਾ ਪ੍ਰਾਪਤ ਹੈ। ਦਰਸਾਏ ਪਰਮਾਤਮਾ ਦੇ ਦਰਸ਼ਨ ਹੋ ਜਾਂਦੇ ਹਨ। ਅਬ ਰਾਤਿਆ ਗੋਬਿੰਦ ਸਿਉ, ਹੁਣ ਪਰਮਾਤਮਾ ਦੇ ਨਾਮ ਨਾਲ ਰੰਗਿਆ ਜਾਂਦਾ ਹੈ, ਪਰ ਪਰਮਾਤਮਾ ਨਾਮ ਜਪਦਾ ਰਹਿੰਦਾ ਹੈ ਕਿਉਂਕਿ ਉਸ 'ਤੇ ਕਿਰਪਾ ਹੋ ਗਈ। ਸੰਤ ਸੇਵ ਪ੍ਰਿਯ ਨਾਥ ਰੰਗ ਲਾਲਣ ਪਾਏ। ਸੰਤਾਂ ਦੀ ਸੇਵਾ ਕਰਕੇ ਪ੍ਰੀਤ ਨਾਥ, ਨਾਥ ਦਾ ਮਾਲਕ ਪਰਮਾਤਮਾ, ਪਰਮਾਤਮਾ ਨਾਲ ਪਿਆਰ ਪੈ ਜਾਂਦਾ ਹੈ। ਫਿਰ ਰੰਗ ਲਾਲਣ ਲਾਏ, ਫਿਰ ਪਿਆਰੇ ਦਾ ਰੰਗ ਚੜ੍ਹਦਾ ਹੈ। ਲਾਲਣ ਪਿਆਰਾ ਰੰਗ, ਪਿਆਰੇ ਦੇ ਪਿਆਰ ਦਾ ਰੰਗ ਚੜ੍ਹਦਾ ਹੈ। ਗੁਰ ਗਿਆਨ ਮਨ ਦਿਰੜਾਏ ਰਹਿਸਾਏ ਨਹੀਂ ਆਏ ਸਹਜਾਏ ਮਨ ਨਿਧਾਨ ਪਾਏ। ਗੁਰ ਗਿਆਨ ਮਨ ਦਿਰੜਾਏ, ਜਦੋਂ ਗੁਰੂ ਦਾ ਗਿਆਨ ਮਨ 'ਚ ਦ੍ਰਿੜ ਹੋ ਜਾਂਦਾ ਹੈ, ਜਦੋਂ ਬਾਣੀ ਦੇ ਵਿਚਾਰ ਮਨ 'ਚ ਪੱਕੇ ਹੋ ਗਏ, ਫਿਰ ਕੀ ਹੁੰਦਾ? ਰਹਿਸਾਏ, ਰਹਿਸ ਦੀ ਖੁਸ਼ੀ, ਫਿਰ ਮਨੁੱਖ ਨੂੰ ਖੁਸ਼ੀ ਮਿਲਦੀ ਹੈ। ਨਹੀਂ ਆਏ, ਫਿਰ ਉਹ ਦੁਬਾਰਾ ਜਨਮ 'ਚ ਨਹੀਂ ਆਉਂਦਾ। ਸਹਿਜ ਆਏ, ਉਹਦੀ ਸਹਿਜ ਅਵਸਥਾ ਪੈਦਾ ਹੋ ਜਾਂਦੀ ਹੈ। ਮਨ ਨਿਧਾਨ ਪਾਏ, ਅਤੇ ਮਨ 'ਚ ਨਾਮ ਦਾ ਖਜ਼ਾਨਾ ਪ੍ਰਾਪਤ ਹੋ ਜਾਂਦਾ। ਨਿਧਾਨ ਖਜ਼ਾਨੇ ਨੂੰ ਕਹਿੰਦੇ। ਕਾਹਦਾ ਖਜ਼ਾਨਾ? ਸਿੱਖ ਤਰਜਾ ਨਾਮ ਖਜ਼ਾਨਾ। ਸਿੱਖ ਨੇ ਸੰਸਾਰਕ ਨਿਧਾਨ ਵੱਲ ਨਹੀਂ ਦੌੜਨਾ ਹੈ, ਉਹ ਤਾਂ ਮਿਲ ਹੀ ਜਾਣਾ। ਉਹ ਤਾਂ ਨਾਮ ਜਪਣ ਨਾਲ ਵੀ ਮਿਲ ਹੀ ਜਾਂਦਾ ਹੁੰਦਾ ਹੈ। ਤੁਸੀਂ ਨਾਮ ਜਪੀ ਜਾਓ, ਜਪੀ ਜਾਓ, ਜਪੀ ਜਾਓ, ਤੁਸੀਂ ਅਮੀਰ ਹੁੰਦੇ ਜਾਓਗੇ। ਕੋਈ ਵੀ ਕੰਮ ਕਰੋਗੇ ਉਸ 'ਚ ਬਰਕਤ ਹੋਣੀ ਸ਼ੁਰੂ ਹੋ ਜਾਏਗੀ। ਕਈ ਬੀਬੀਆਂ ਮੇਰੇ ਕੋਲ ਨੇ, ਇੱਕ ਬੀਬੀ ਮੇਰੇ ਕੋਲ, ਬਾਬਾ ਜੀ ਸਾਡੀਆਂ ਫੈਕਟਰੀਆਂ ਨੇ, ਮਾਇਆ ਦੀ ਕੋਈ ਕਮੀ ਨਹੀਂ, ਮੈਂ ਐਵੇਂ ਕੰਮ ਐਸੀ ਕੋਈ ਗਰੀਬ ਹੈ ਨਾ, ਪਰ ਬਰਕਤ ਹੈ ਨਹੀਂ, ਬਰਕਤ ਨਹੀਂ ਹੈ। ਇੱਧਰੋਂ ਆਇਆ ਇੱਧਰ ਲੱਗ ਲੁੱਗ ਗਿਆ, ਸਮਝ ਨਹੀਂ ਆਉਂਦੀ ਹੈ। ਮੈਂ ਕਿਹਾ ਜੀ ਕਦੇ ਦਸਵੰਧ ਕੱਢਿਆ? ਕਹਿੰਦੀ ਉਹ ਕੀ ਹੁੰਦਾ? ਕਈ ਨੂੰ ਨਹੀਂ ਪਤਾ। ਮੈਂ ਜੀ ਚਲੋ ਦਸਵੰਧ ਦਾ ਮਤਲਬ ਆਮਦਨ ਦਾ, ਬੱਚਤ ਦਾ 10ਵਾਂ ਹਿੱਸਾ। ਚਲੋ ਜੀ ਇੰਨਾ ਨਹੀਂ, 1-2% ਹੀ ਦਾਨ ਕਰਿਆ ਕਰੋ। ਤੁਹਾਡੀ ਮਰਜ਼ੀ, ਮੰਦਰ ਦਾਨ ਕਰ ਦਿਓ, ਤੁਹਾਡੀ ਮਰਜ਼ੀ ਗੁਰਦੁਆਰੇ ਨੂੰ ਦੇ ਦਿਓ। ਸਿੱਖ ਨੂੰ ਹੁਕਮ ਹੈ ਗੁਰੂ ਨੂੰ ਦਾਨ ਦੇਣਾ। ਜੋ ਵੀ ਦਸਵੰਧ ਦੇਣਾ ਗੁਰੂ ਘਰ 'ਚ ਦੇਣਾ। ਮੈਂ ਤੁਸੀਂ ਦਾਨ ਪੁੰਨ ਕਰਿਆ ਕਰੋ, ਕਿਉਂਕਿ ਜਿਹੜਾ ਬੰਦਾ ਦਾਨ ਪੁੰਨ ਕਰਦਾ ਰਹਿੰਦਾ ਹੈ ਨਾ, ਉਹ ਉਹਦੀ ਆਮਦਨ 'ਚ ਵਾਧਾ ਹੁੰਦਾ ਰਹਿੰਦਾ, ਉਹਨੂੰ ਘਾਟੇ ਨਹੀਂ ਪੈਂਦੇ, ਉਸ ਨੂੰ ਜ਼ਿੰਦਗੀ ਘਾਟੇ ਨਹੀਂ ਪੈਂਦੇ। ਇੱਥੇ ਦਾਨ ਪੁੰਨ ਦਾ ਕੀ ਕਰਨਾ? ਲੋਕਾਂ ਦਾ ਖੋਣ ਦੇ ਲੱਗੇ ਹੋਏ ਹਨ। ਦਾਨ ਪੁੰਨ ਦਾ ਕੀ ਕਰਨਾ? ਲੋਕਾਂ ਦਾ ਖੋਣ ਦੇ ਲੱਗੇ ਹੋਏ ਹਨ, ਫਿਰ ਘਾਟੇ ਹੀ ਘਾਟੇ ਪੈਣੇ। ਮੈਂ ਨਾਲ ਭਜਨ ਬਤੀ ਕੀ ਕਰੋ, ਆਹ ਲਓ ਪਾਠ, ਅਤੇ ਜਿਹੜਾ ਹੈ ਕੁਛ ਦਾਨ ਕਰੋ।
ਉਹ ਤਾਂ ਸਿੱਖ ਨੂੰ ਹੈ ਵੀ ਜਿੰਨੀ ਤੈਨੂੰ ਆਮਦਨ ਹੈ ਖਰਚਾ ਕੱਢ ਕੇ ਬਾਕੀ ਜੋ ਬਚੇ ਉਹਦਾ ਦਸਵੰਧ ਦੇਣਾ ਹੈ। ਜਿਵੇਂ ਇੱਕ ਕਿਸਾਨ ਨੇ ਪੁੱਛਿਆ ਸੰਤ ਵਰਿਆਮ ਸਿੰਘ ਜੀ ਨੂੰ, ਮਹਾਰਾਜ ਤੁਸੀਂ ਕਹਿੰਦੇ ਦਸਵੰਧ ਕੱਢਣਾ ਚਾਹੀਦਾ ਹੈ, ਮੇਰੀ 100 ਕੁਇੰਟਲ ਕਣਕ ਹੋਏ ਕਿ ਮੈਂ 10 ਕੁਇੰਟਲ ਕਣਕ ਗੁਰਦੁਆਰੇ ਦਿਆਂ? ਕਹਿੰਦੇ ਨਾ ਭਾਈ, ਹੋ ਸਕਦਾ 100 ਕੁਇੰਟਲ ਪੈਦਾ ਕਰ ਲਈ ਦੀ ਤੇਰੇ 50 ਕੁਇੰਟਲ ਦਾ ਖਰਚਾ ਹੀ ਆ ਗਿਆ ਹੋਵੇ। ਤੂੰ ਖਰਚੇ ਕੱਢ ਕੇ ਜੋ ਤੈਨੂੰ ਬਚਤ ਹੋਈ ਹੈ ਉਹਦਾ ਦਸਵੰਧ ਦੇਣਾ। ਤਨਖਾਹ ਤੁਹਾਨੂੰ ਮਿਲਦੀ ਹੈ, ਜਿੰਨਾ ਇਨਕਮ ਟੈਕਸ ਕੱਟਦਾ ਹੈ ਉਹ ਘਟਾ ਘਟੂ ਕੇ ਫਿਰ ਜੋ ਬਚਦਾ ਹੈ ਉਸ ਦੇ ਵਿੱਚ ਦਾਨ ਪੁੰਨ ਕਰਨਾ ਹੈ। ਇਸ ਲਈ ਫਿਰ ਬਰਕਤ ਪੈਂਦੀ ਹੈ। ਸਾਡੇ ਫਜ਼ੂਲ ਦੇ ਖਰਚੇ ਕਈ ਵਾਰੀ ਅਸੀਂ ਕੋਈ ਕਸੂਰ ਨਹੀਂ ਕੀਤਾ ਦਾ ਮੁਕੱਦਮਾ ਚੱਲ ਪੈਂਦਾ ਕਿਸੇ ਕਾਰਨ, ਬਿਮਾਰੀ ਲੱਗ ਜਾਂਦੀ ਹੈ, ਦੁਰਘਟਨਾ ਹੋ ਗਈ ਹੈ, ਇਹ ਵਿਅਰਥ ਦਾ ਖਰਚਾ ਹੋ ਰਿਹਾ ਹੈ। ਇਹ ਕਿਸੇ ਕੰਮ ਨਹੀਂ ਹੋਣਾ ਖਰਚ ਕੀਤਾ ਹੋਇਆ। ਇਸ ਲਈ ਵਿਅਰਥ ਦੇ ਖਰਚਿਆਂ ਤੋਂ ਬੰਦਾ ਬਚ ਜਾਂਦਾ ਹੈ। ਭਜਨ ਬੰਦਗੀ ਕਰੋ ਤੇ ਪੁੰਨ ਦਾਨ ਵੀ ਕਰੋ। ਅਸੀਂ ਕਿਸੇ ਵਿਅਕਤੀ ਨੂੰ ਦਾਨ ਕਰਦੇ ਹਾਂ ਜਿਹਨੂੰ ਅਸੀਂ ਜਾਣਦੇ ਹੀ ਨਹੀਂ, ਉਹਨੂੰ ਨਹੀਂ ਕਰਨਾ ਚਾਹੀਦਾ। ਕੀ ਪਤਾ ਤੁਹਾਡੇ ਦਾਨ ਦੇ ਸ਼ਰਾਬ ਪੀ ਜੇ, ਸਗੋਂ ਉਲਟਾ ਪਾਪ ਲੱਗੇ ਤੁਹਾਨੂੰ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜਿਸ ਨੂੰ ਅਸੀਂ ਦਾਨ ਦੇ ਰਹੇ ਹਾਂ ਇਹ ਸਾਡੇ ਪੈਸੇ ਦੀ ਠੀਕ ਵਰਤੋਂ ਕਰੇਗਾ। ਨਹੀਂ ਦੇ ਫਿਰ ਗੁਰਦੁਆਰੇ ਦੇ ਦਿਓ, ਵੀ ਆਪੇ ਗੁਰੂ ਮਹਾਰਾਜ ਜਾਣਨ, ਉਹਨਾਂ ਦਾ ਕੰਮ ਜਾਣਨ। ਸੋ ਗੁਰੂ ਮਹਾਰਾਜ ਕਹਿੰਦੇ ਜਦੋਂ ਗੁਰੂ ਦਾ ਗਿਆਨ ਮਨ 'ਚ ਦ੍ਰਿੜ ਹੋ ਜਾਂਦਾ ਹੈ, ਰਹਿਸ ਆਏ, ਅੰਦਰ ਮਨ ਖੁਸ਼ ਹੋ ਜਾਂਦਾ ਹੈ। ਨਹੀਂ ਆਏ ਫਿਰ ਦੁਬਾਰਾ ਮਨੁੱਖ ਜਨਮ ਨਹੀਂ ਲੈਂਦਾ, ਸਹਿਜ ਆਏ, ਸਹਿਜ ਅਵਸਥਾ ਪ੍ਰਾਪਤ ਕਰ ਲੈਂਦਾ, ਮਨ ਨਿਧਾਨ ਪਾਏ ਅਤੇ ਮਨ ਦੇ ਵਿੱਚ ਨਾਮ ਦਾ ਖਜ਼ਾਨਾ ਪ੍ਰਾਪਤ ਕਰ ਲੈਂਦਾ ਹੈ। ਇਸ ਲਈ ਗੁਰੂ ਦੇ ਗਿਆਨ ਨੂੰ ਦ੍ਰਿੜ ਕਰਨਾ ਹੈ। ਬਾਣੀ ਜੋ ਕਹਿੰਦੀ ਉਸ ਨੂੰ ਮਨ 'ਚ ਦ੍ਰਿੜ ਕਰਨਾ ਹੈ। ਕੋਈ ਵੀ ਵਿਚਾਰ ਮੈਂ ਦੇਖਿਆ ਜੇ ਮਨ 'ਚ ਦ੍ਰਿੜ ਹੋ ਜਾਏ ਨਾ ਫਿਰ ਬੰਦਾ ਉਸ ਵਿਚਾਰ ਅਨੁਸਾਰ ਹੀ ਚੱਲਦਾ ਰਹਿੰਦਾ ਹੈ। ਸੋ ਗੁਰੂ ਮਹਾਰਾਜ ਦੀ ਕਿਰਪਾ ਕਰਨ। ਸਤਿਕਾਰਯੋਗ ਸਾਧ ਸੰਗਤ ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।